तेरा अंत न जाए लखिया, अकथ न जाई हर कथया। नानक जिन को सतगुर मिलिया, तिनका लेखा निबड़िया। सज्जन सच्चा पातशाहो, सिर साहां दैसाहो। जिस पास बैठिया सोहिया, सबना दा वेसाहो। सतनाम श्री वाहिगुरु साहिब। सलोक महला पहला। ना सत दुखिया ना सत सुखिया, ना सत पानी ना सत मूड मुराई, ना सत पढ़िया देख, ना सत दुखिया ना सत सुखिया, ना सत पानी जल चढ़े, ना सत मूड मुराई केसी, ना सत पढ़िया देख। वाहिगुरु जी का खालसा, वाहिगुरु जी की फतेह। दसां पातशाहियां दी जोत, तख्त चौर छत्र दे मालक, जाहर जहूर हाजिर हजूर, सर्ब कला भरपूर। धन श्री गुरु ग्रंथ साहिब जी महाराज। सतगुरां दी अपर अपार किरपा रहमत दा सदका, जगत गुरु जाहर पीर जगत गुर बाबा, धन धन श्री गुरु नानक देव साहिब जी महाराज। सतगुरां दे पावने अस्थान सचखंड दरबार गुरुद्वारा श्री बेर साहिब जी विखे अमृत वेले दे सजे हुए सुंदर दीवान, गरीब नवाज साहिब जी दे दर घर दी मर्यादा अनुसार पंज बाणियां दे नितनेम, आसा की वार दा संपूर्ण कीर्तन सतगुरां दी पावन हजूरी अंदर होया है। पार ब्रह्म होआ सहाई, कथा कीर्तन सुखदाई। ये आत्मिक सुख दियां दातां सतगुरु जी ने सानू संसारी जीवां नू कलयुगी जीवां नू बख्शिश कीतियां हन। कल मह एहो पुन गुण गोविंद गाहे, अब कलू आयो रे एक नाम बोवहु बोवहु। कल युग मह कीर्तन प्रधाना, गुरमुख जपिए लाए ध्याना। आप तरੈ सगले कुल तारे, हर दरगह पत स्यों जाएदा। ऐसी ये बख्शिश रहमत सतगुरु जी ने कीती है। लड़ीवार रूप दे विच रामकली राग दी पहली वार दे अंदर सतगुरु जी पवित्र उपदेश बख्शिश कर रहे हैं। 11 पौड़ियां तीक पिछे विचार गुरु की कृपा दे नाल होई है। 12वीं पौड़ी जिस तो पहला महाराज साहब जी ने श्लोक उचारण किए हैं और ये श्लोक पहले पातशाह धन श्री गुरु नानक देव साहब महाराज जी दे आए हैं। ये 12वीं पौड़ी दे नाल ये सिद्धा ने महाराज साहब जी नूं सवाल किए। पहला तो सिद्धा ने ये बेनती की कि महाराज कृपा करके दसो कि उस सत स्वरूप की प्राप्ति किवें हो सकती है। फिर इस तरह सिद्धा ने यह भी सवाल किया कि महाराज सत की है, संसार दे विच सदा रहन वाला की है।
ਹੋਰ ਵੱਖ-ਵੱਖ ਸਿੱਧਾਂ ਨੇ ਵੱਖ-ਵੱਖ ਸਵਾਲ ਕੀਤੇ। ਉਹਨਾਂ ਦੇ ਜਵਾਬ ਰੂਪ ਦੇ ਵਿੱਚ, ਪ੍ਰਸ਼ਨਾਂ ਦੇ ਉੱਤਰ ਰੂਪ ਦੇ ਵਿੱਚ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਬਚਨ ਉਚਾਰਨ ਕੀਤੇ, ਉਪਦੇਸ਼ ਬਖਸ਼ਿਆ। ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਫਰਮਾਉਂਦੇ ਹਨ, ਨਾ ਸਤ ਦੁਖੀਆ ਨਾ ਸਤ ਸੁਖੀਆ। ਮਹਾਰਾਜ ਕਹਿੰਦੇ ਜੋ ਸੱਤ ਹੈ ਨਾ, ਪਰਮੇਸ਼ਰ ਵਾਹਿਗੁਰੂ ਨੂੰ ਸੱਤ ਆਖਿਆ। ਸੰਸਕ੍ਰਿਤ ਵਿੱਚ ਸੱਤ ਕਹਿ ਦਿੰਦੇ ਹਨ ਤੇ ਗੁਰਮੁਖੀ ਦੇ ਵਿੱਚ ਉਸੇ ਨੂੰ ਹੀ ਸੱਚ ਆਖਿਆ। ਆਮ ਆਪਣੀ ਬੋਲੀ ਦੇ ਵਿੱਚ ਸੱਚ ਕਿਹਾ ਜਾਂਦਾ ਹੈ। ਸੱਚ ਕੌਣ ਹੈ? ਸੱਚ ਵਾਹਿਗੁਰੂ ਹੈ। ਬਾਕੀ ਸਭ ਕੁਝ ਝੂਠ ਹੀ ਝੂਠ ਹੈ। ਸੱਚ ਤਾਂ ਇੱਕੋ ਇੱਕੋ ਅਕਾਲ ਪੁਰਖ ਵਾਹਿਗੁਰੂ ਹੀ ਹੈ। ਜਿਵੇਂ ਮਹਾਰਾਜ ਸਾਹਿਬ ਜੀ ਦਾ ਆਸਾ ਕੀ ਵਾਰ ਦਾ ਵੀ ਬਚਨ ਆਉਂਦਾ ਹੈ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ। ਸਾਰੇ ਸ਼ਲੋਕ ਵਿੱਚ ਕਥਨ ਕਰਦਿਆਂ ਕਰਦਿਆਂ ਕਿ ਸਭ ਕੁਝ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ। ਅਖੀਰ ਤੇ ਜਾ ਕੇ ਆਖਿਆ ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਤੁਧ ਉਹ ਤੁਧ ਹੀ ਸੱਚਾ ਹੈ, ਵਾਹਿਗੁਰੂ ਹੀ ਸੱਚਾ ਹੈ। ਤੁਧ ਬਾਝ ਤਾਂ ਸਭ ਕੁਝ ਮਾਰੇ ਕਹਿੰਦੇ ਕੂੜੋ ਕੂੜੀ ਹੈ, ਝੂਠ ਹੀ ਝੂਠ ਹੈ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਚ ਪਰਮੇਸ਼ਰ ਨਿਤ ਨਵਾਂ, ਉਹ ਸੱਚ ਪਰਮੇਸ਼ਰ ਹੈ, ਵਾਹਿਗੁਰੂ ਹੈ। ਤਾਂ ਉਸ ਨੂੰ ਹੀ ਸੱਤ ਆਖਿਆ ਹੈ। ਸੱਚ ਕਹੀਏ ਸੱਤ ਇੱਕੋ ਹੀ ਹੈ, ਪਰਮੇਸ਼ਰ ਵਾਹਿਗੁਰੂ ਜੀ ਦੀ ਗੱਲ ਹੈ। ਤਾਂ ਮਹਾਰਾਜ ਕਹਿੰਦੇ ਨਾ ਸੱਤ ਦੁਖੀਆ। ਇਹ ਉਹ ਸੱਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਦੁਖੀ ਰਹਿਣ ਕਰਕੇ। ਵੀ ਜੇ ਕੋਈ ਆਖੇ ਨਾ ਮੈਂ ਦੁਖੀ ਰਵਾਂ, ਜਾਂ ਆਪਣੇ ਸਰੀਰ ਨੂੰ ਬਹੁਤਾ ਦੁਖੀ ਕਰਾਂ, ਆਪਣੇ ਮਨ ਨੂੰ ਬਹੁਤਾ ਦੁਖੀ ਕਰਾਂ, ਤੇ ਦੁਖੀ ਰਹਿਣ ਦੇ ਨਾਲ, ਤਨ ਨੂੰ ਦੁਖੀ ਕਰਨ ਦੇ ਨਾਲ, ਮਨ ਨੂੰ ਦੁਖੀ ਕਰਨ ਦੇ ਨਾਲ ਵੀ ਸੱਤ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਸਰੀਰ ਨੂੰ ਬਹੁਤ ਲੋਕ ਦੁਖੀ ਵੀ ਕਰਦੇ ਆ, ਦੁੱਖ ਵੀ ਦਿੰਦੇ ਆ ਕਈ ਤਰ੍ਹਾਂ ਦੇ ਨਾਲ। ਕੋਈ ਪੁੱਠਾ ਲਟਕਦਾ ਹੈ, ਇਹ ਵੀ ਤਾਂ ਇੱਕ ਤਰ੍ਹਾਂ ਦਾ ਦੁੱਖ ਦੇਣਾ ਹੀ ਹੈ। ਕੋਈ ਇਸੇ ਤਰ੍ਹਾਂ ਗਰਮੀ ਦੇ ਦਿਨਾਂ ਦੇ ਵਿੱਚ ਜਲ ਧਾਰੇ ਕਰਦਾ, ਕੋਈ ਠੰਡ ਦੇ ਦਿਨਾਂ ਦੇ ਵਿੱਚ ਪਾਣੀ ਵਿੱਚ ਖਲੋ ਜਾਂਦਾ ਹੈ ਗਲ ਗਲ ਪਾਣੀ ਤੱਕ। ਇਸੇ ਤਰ੍ਹਾਂ ਕੋਈ ਹਿਮਾਲਿਆ ਤੇ ਜਾ ਕਰਕੇ ਬਰਫ਼ ਦੇ ਵਿੱਚ ਤਪ ਕਰਦਾ। ਕਈ ਤਰੀਕਿਆਂ ਨਾਲ ਸਰੀਰ ਨੂੰ ਦੁੱਖ ਦਿੱਤਾ ਜਾਂਦਾ। ਕੋਈ ਭੁੱਖਾ ਰਹਿ ਕਰਕੇ, ਇਹ ਵੀ ਤਾਂ ਦੁੱਖ ਦੇਣਾ ਹੀ ਹੈ ਨਾ। ਕੋਈ ਪ੍ਰਸ਼ਾਦਾ ਹੀ ਨਾ ਛਕਣਾ, ਭੁੱਖੇ ਹੀ ਰਹਿਣਾ। ਤਾਂ ਮਹਾਰਾਜ ਕਹਿੰਦੇ ਦੁਖੀ ਰਹਿਣ ਦੇ ਨਾਲ ਵੀ ਉਹ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਸੱਤ ਨਹੀਂ ਮਿਲਦਾ। ਨਾ ਸੱਤ ਸੁਖੀਆ। ਤੇ ਜੇ ਕੋਈ ਆਖੇ ਵੀ ਸੁਖੀ ਰਹਿਣ ਦੇ ਨਾਲ ਸੱਤ ਮਿਲੇ, ਤੇ ਮਹਾਰਾਜ ਕਹਿੰਦੇ ਸੁਖੀ ਰਹਿਣ ਵਾਲਿਆਂ ਨੂੰ ਵੀ ਨਹੀਂ ਉਹ ਮਿਲਦਾ। ਕੋਈ ਆਖੇ ਵੀ ਸੁਖੀ ਰੱਖੀਏ ਜੀ, ਤਨ ਨੂੰ ਦੁੱਖ ਨਹੀਂ ਕੋਈ ਆਉਣ ਦੇਣਾ, ਵੀ ਨਹੀਂ ਕੋਈ ਗੁਰੂ ਕੀ ਸੇਵਾ ਕਰਨੀ, ਨਹੀਂ ਕੋਈ ਸਿਮਰਨ ਕਰਨਾ, ਸਰੀਰ ਨੂੰ ਬਹੁਤਾ ਹੀ ਸੁਖੀ ਰੱਖਣਾ, ਵੀ ਅੰਮ੍ਰਿਤ ਵੇਲੇ ਵੀ ਨਹੀਂ ਉੱਠਣਾ। ਤਾਂ ਇਸ ਕਰਕੇ ਕਿ ਇਹ ਸਰੀਰ ਨੂੰ ਬਹੁਤਾ ਸੁਖੀ ਰੱਖਣ ਦੇ ਨਾਲ ਤੇ ਸੁਖੀ ਰਹਿਣ ਦੇ ਨਾਲ ਵੀ ਉਸ ਸੱਤ ਦੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਨਾ ਹੀ ਮਹਾਰਾਜ ਕਹਿੰਦੇ ਉਹ ਸੱਤ ਮਿਲਦਾ ਹੈ ਪਾਣੀ ਵਿੱਚ ਜਿਹੜੇ ਜੰਤ ਫਿਰਦੇ ਉਹਨਾਂ ਨੂੰ ਵੀ ਨਹੀਂ ਮਿਲਦਾ। 42 ਲੱਖ ਜੂਨਾਂ ਪਾਣੀ ਦੇ ਵਿੱਚ ਹੀ ਵਿਚਰਦੀਆਂ, 42 ਲੱਖ ਜੀ ਜਲ ਮਹਿ ਹੋਤੇ, ਡੀਠਲ ਪਹਿਲਾ ਕਾਏ ਕਰੋ। ਪਾਣੀ ਦੇ ਵਿੱਚ ਵਿਚਰਨ ਕਰਕੇ ਵੀ ਜੇ ਕੋਈ ਆਖੇ ਨਾ ਵੀ ਮੈਂ ਪਾਣੀ ਦੇ ਵਿੱਚ ਹੀ ਖਲੋਤਾ ਰਵਾਂ, ਜਲ ਧਾਰੇ ਕਰਾਂ, ਤੇ ਸਤਿਗੁਰੂ ਕਹਿੰਦੇ ਪਾਣੀ ਵਿੱਚ ਕਿੰਨੇ ਜੰਤ ਫਿਰਦੇ ਪਹਿਲਾਂ।
ਮੱਛੀਆਂ ਪਾਣੀ ਵਿੱਚ ਰਹਿੰਦੀਆਂ, ਡੱਡੂ ਪਾਣੀ ਵਿੱਚ ਰਹਿੰਦੇ, 42 ਲੱਖ ਜੂਨਾਂ ਪਾਣੀ ਵਿੱਚ ਰਹਿੰਦੀਆਂ। ਹੱਠ ਕਰਕੇ ਜੇ ਇਕੱਲੇ ਪਾਣੀ ਵਿੱਚ ਆ ਕੇ ਬਹਿਣ ਦੇ ਨਾਲ ਹੀ ਮਿਲ ਜਾਵੇਗਾ ਉਹ ਪਰਮੇਸ਼ਰ, ਮਹਾਰਾਜ ਕਹਿੰਦੇ ਪਾਣੀ ਵਿੱਚ ਜਿਹੜੇ ਜੰਤ ਫਿਰਦੇ ਉਹਨਾਂ ਨੂੰ ਵੀ ਨਹੀਂ ਉਹ ਸੱਤ ਮਿਲਦਾ, ਉਹਨਾਂ ਨੂੰ ਨਹੀਂ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਨਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮੂੰਡ ਨਾਮ ਹੈ ਸਿਰ ਦਾ, ਮੁੰਡਾਈ ਨਾਮ ਹੈ ਮਨਾਉਣ ਦਾ। ਕਿ ਸਿਰ ਮੂੰਹ ਮਨਾਉਣ ਦੇ ਨਾਲ ਜੇ ਕੋਈ ਆਖੇ ਸਿਰ ਦੇ ਕੇਸ ਮਨਾ ਦੇਵਾਂ, ਮੁਸ਼ਹਿਰਿਆਂ ਦੇ ਦਾੜੀ ਦੇ ਕੇਸ ਮਨਾ ਦੇਵਾਂ, ਆਪਣੇ ਚਿਹਰੇ ਨੂੰ ਇਹ ਰੁੰਡ ਮੁੰਡ ਕਰ ਲਵਾਂ, ਕੱਦੂ ਹਜਾਮਤ ਕਰ ਲਵਾਂ, ਤੇ ਸਿਰ ਮੂੰਹ ਮਨਾਉਣ ਦੇ ਨਾਲ ਵੀ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਜੇ ਤੇ ਸਿਰ ਮੂੰਹ ਮਨਾਉਣ ਦੇ ਨਾਲ ਹੀ ਉਹ ਮਿਲਦਾ ਹੋਵੇ ਤੇ ਭੇਡਾਂ ਨੂੰ ਤੇ ਛੇਤੀ ਮੁੰਨ ਦਿੰਦੇ ਹਨ। 6 ਮਹੀਨੇ ਬਾਅਦ 6 ਮਹੀਨਿਆਂ ਬਾਅਦ ਭੇਡਾਂ ਮੁੰਨ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਪ੍ਰਾਪਤੀ ਹੋ ਜਾਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦਾ ਵੀ ਬਚਨ ਹੈ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਹਿੰਦੇ ਜੇ ਸਿਰ ਮੂੰਹ ਮਨਾਉਣ ਦੇ ਨਾਲ ਮੁਕਤੀ ਮਿਲਦੀ ਹੋਵੇ ਤੇ ਫਿਰ ਤਾਂ ਭੇਡ ਨੂੰ ਮਿਲਣੀ ਚਾਹੀਦੀ ਹੈ। ਸਭ ਤੋਂ ਜ਼ਿਆਦਾ ਭੇਡ ਮੰਨੀ ਜਾਂਦੀ ਹੈ, ਪਰ ਉਹ ਤਾਂ ਇੱਕ ਪਸ਼ੂ ਹੈ, ਭੇਡ ਤਾਂ ਇੱਕ ਪਸ਼ੂ ਹੈ। ਉਹਨੂੰ ਜਦੋਂ ਮੁੰਨਦੇ ਉਹਨੂੰ ਫੜ ਕੇ ਮੁੰਨਦੇ, ਉਹਨੂੰ ਢਾਹ ਕੇ ਮੁੰਨਦੇ, ਉਹਨੂੰ ਬੰਨ੍ਹ ਕੇ ਮੁੰਨਿਆ ਜਾਂਦਾ ਹੈ। ਪਰ 84 ਲੱਖ ਜੂਨ ਦਾ ਸਰਦਾਰ ਜਿਸ ਨੂੰ ਆਖਿਆ ਵੀ ਤੂੰ ਸਾਬਤ ਸੂਰਤ ਰਹਿਣਾ ਹੈ, ਸਾਬਤ ਸੂਰਤ ਦਸਤਾਰ ਸਿਰਾ, ਇਹਨੂੰ ਢਾਹ ਕੇ ਨਹੀਂ ਮੁੰਨਿਆ ਜਾਂਦਾ। ਇਹ ਆਪ ਬਹਿ ਕੇ ਕੁਰਸੀ ਤੇ ਆਪਣੇ ਆਪ ਨੂੰ ਮਨਾਉਂਦਾ, ਆਪਣੇ ਆਪ ਨੂੰ ਮਨਾਉਂਦਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਮੱਕੇ ਗਏ ਸੀ ਨਾ, ਸੁਨਤ ਦੀ ਗੱਲ ਚੱਲ ਪਈ ਤੇ ਮਹਾਰਾਜ ਕਹਿੰਦੇ ਸੱਚੀ ਸੁਨਤ ਤਾਂ ਕੇਸ ਹੀ ਆ ਪੀਰ ਜੀ, ਜਿਹੜੇ ਸਾਬਤ ਸੂਰਤ ਤੇ ਜੀਵ ਪਰਮੇਸ਼ਰ ਵਾਹਿਗੁਰੂ ਜੀ ਦੀ ਦਿੱਤੀ ਹੋਈ ਦਾਤ ਕੇਸ ਲੈ ਕੇ ਆਇਆ ਨਾ। ਫਾਰਸੀ ਦੇ ਵਿੱਚ ਕੇਸਾਂ ਨੂੰ ਮੂਏ ਕਹਿੰਦੇ, ਮੂਏ। ਮਹਾਰਾਜ ਕਹਿੰਦੇ ਜੋ ਮੂਏ ਲੈ ਕੇ ਆਇਆ ਹੈ ਨਾ, ਇਹੀ ਸੱਚੀ ਸੁਨਤ ਵਾ। ਤੇ ਜਿਹੜਾ ਸਾਬਤ ਸੂਰਤ ਲੈ ਕਰਕੇ ਜਾਂਦਾ ਹੈ ਉਹ ਖਾਸ ਬੰਦਾ ਹੁੰਦਾ ਹੈ ਵਾਹਿਗੁਰੂ ਦਾ, ਜਿਹੜਾ ਸਾਬਤ ਸੂਰਤ ਰਹਿੰਦਾ। ਸਾਬਤ ਸੂਰਤ ਰੱਬ ਦੀ, ਮੂਏ ਲੈ ਆਇਆ ਨਾਲ, ਜੋ ਰੱਖੇ ਮੂਏ ਅਮਾਨਤੀ, ਸੋ ਖਾਸਾ ਬੰਦਾ ਘਾਲ। ਇਹ ਜਨਮ ਸਾਖੀ ਦੇ ਵਿੱਚ ਬੋਲ ਆਏ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਦਿੱਤੀ ਹੈ ਇਨਸਾਨ ਨੂੰ ਇਮਾਨਤ ਕੇਸ। ਉਹਨੇ ਆਖਿਆ ਵੀ ਇਹਨਾਂ ਨੂੰ ਮਨਾਉਣਾ ਨਹੀਂ, ਤੂੰ ਸਾਬਤ ਸੂਰਤ ਰਹਿਣਾ ਹੈ ਤੇ ਸਾਬਤ ਸੂਰਤ ਵਾਪਸ ਲੈ ਕੇ ਆਵੇਂਗਾ ਤੇ ਤੂੰ ਮੇਰਾ ਖਾਸ ਬੰਦਾ ਹੋਵੇਂਗਾ। ਪੀਰਾਂ ਦੇ ਨਾਲ ਗੋਸ਼ਟੀ ਕਰਦਿਆਂ ਗਰੀਬ ਨਵਾਜ਼ ਜਗਤ ਗੁਰੂ ਜੀ ਨੇ ਆਖਿਆ। ਫਿਰ ਉੱਥੇ ਹੋਰ ਵੀ ਬਚਨ ਕਹੇ ਜੋ ਜਨਮ ਸਾਖੀ ਵਿੱਚ ਆਉਂਦੇ ਆ। ਮਹਾਰਾਜ ਕਹਿੰਦੇ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ, ਭੰਨੇ ਬੇਈਮਾਨ, ਦਰਗਹਿ ਢੋਈ ਨਾ ਲਹੈ, ਕਾਫਰ ਕੁੱਤਾ ਸ਼ੈਤਾਨ। ਇਹ ਬਾਬਾ ਜੀ ਨੇ ਬਚਨ ਕਹੇ ਤੇ ਜਨਮ ਸਾਖੀ ਵਿੱਚ ਲਿਖੇ ਹੋਏ ਆ। ਇਸ ਕਰਕੇ ਸਾਬਤ ਸੂਰਤ ਰਹਿਣ ਦਾ ਗੁਰੂ ਸਾਹਿਬ ਜੀ ਦਾ ਹੁਕਮ ਹੈ। ਕੇਸਾਂ ਨੂੰ ਜਿਉਂ ਦੇ ਤਿਉਂ ਰੱਖਣਾ। ਇੱਥੇ ਸਿੱਧਾਂ ਦੇ ਨਾਲ, ਸਿੱਧਾਂ ਦੇ ਸਵਾਲਾਂ ਦੇ ਉੱਤਰ ਰੂਪ ਦੇ ਵਿੱਚ ਮਹਾਰਾਜ ਕਹਿ ਰਹੇ ਆ ਵੀ ਸਿੱਧੋ, ਕੇਸਾਂ ਨੂੰ ਮਨਾਉਣ ਦੇ ਨਾਲ, ਸਿਰ ਮੂੰਹ ਮਨਾਉਣ ਦੇ ਨਾਲ ਵੀ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ। ਨਾ ਸੱਤ, ਮੂੰਡ, ਮੁੰਡਾਈ, ਕੇਸੀ। ਤੇ ਜੋ ਕੇਸੀ ਪਦ ਆਇਆ ਹੈ ਨਾ, ਇਹਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਵੀ ਨਾ ਤੇ ਉਹ ਸਿਰ ਮੂੰਹ ਮਨਾਉਣ ਦੇ ਨਾਲ ਪ੍ਰਾਪਤ ਹੁੰਦਾ ਹੈ ਤੇ ਨਾ ਕੇਸਾਂ ਨੂੰ ਆਪਣੇ ਤੌਰ ਤੇ ਹੱਦੋਂ ਵੱਧ ਵਧਾਉਣ ਦੇ ਨਾਲ ਵੀ ਉਹ ਪ੍ਰਾਪਤ ਨਹੀਂ ਹੁੰਦਾ। ਕੇਸ ਜਿਵੇਂ ਦੇ ਆ ਉਹਨਾਂ ਨੂੰ ਜਿਉਂ ਦੇ ਤਿਉਂ ਰੱਖਣਾ ਹੈ। ਜਿਵੇਂ ਕਈ ਮਨਾਉਂਦੇ ਆ ਤੇ ਕਈ ਵਧਾਉਂਦੇ ਵੀ ਆ। ਉਹਦੇ ਸੰਬੰਧ ਵਿੱਚ ਐਸਾ ਬਚਨ ਲਿਖਿਆ ਵੀ ਉਹ ਬੋਹੜ ਦਾ ਦੁੱਧ ਲਾ ਕਰਕੇ ਵੀ ਜੜਾਵਾਂ ਬਣਾਉਣੀਆਂ, ਵੀ ਸਾਡੀਆਂ ਜੜਾਵਾਂ ਜਿਹੜੀਆਂ ਉਹ ਵੱਡੀਆਂ ਹੋਣ। ਕੋਈ ਪਿੱਪਲ ਦਾ ਦੁੱਧ ਲਾਉਂਦਾ, ਕੋਈ ਬੋਹੜ ਦਾ ਦੁੱਧ ਲਾਉਂਦਾ ਹੈ। ਇਸ ਤਰੀਕੇ ਦੇ ਨਾਲ ਕੇਸਾਂ ਨੂੰ ਵਧਾਉਣ ਤੇ ਜ਼ੋਰ ਦਿੱਤਾ ਹੋਇਆ।
ਪਰ ਕੇਸਾਂ ਨੂੰ ਜਿਵੇਂ ਪਰਮੇਸ਼ਰ ਵਾਹਿਗੁਰੂ ਜੀ ਵੱਲੋਂ ਦਿੱਤੀ ਹੋਈ ਦਾਤ ਉਹਨੂੰ ਜਿਉਂ ਦੀ ਤਿਉਂ ਸੰਭਾਲ ਕੇ ਰੱਖਣ ਦਾ ਹੁਕਮ ਹੈ। ਸਾਬਤ ਸੂਰਤ ਰਹਿਣਾ, ਵੀ ਉਹ ਜੜਾਵਾਂ ਬਣਾਉਣ ਦੇ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੜਾਵਾਂ ਬਣਾਉਣ ਦਾ ਵੀ ਮਹਾਰਾਜ ਦਾ ਹੁਕਮ ਨਹੀਂ ਹੈ। ਸਤਿਗੁਰੂ ਕਹਿੰਦੇ ਕੇਸਾਂ ਦੇ ਵਿੱਚ 2 ਵੇਲੇ ਕੰਘਾ ਕਰਨਾ ਗੁਰਸਿੱਖ ਮਾਈ ਭਾਈ। ਅੰਮ੍ਰਿਤ ਧਾਰੀ ਗੁਰਸਿੱਖ ਤਾਂ ਆਪਣੀ ਕੇਸਾਂ ਵਿੱਚ ਹੀ ਲੱਕੜ ਦਾ ਕੰਘਾ ਕਕਾਰ ਰੱਖਦਾ ਹੈ ਪੱਕਾ ਹੀ। 5 ਕਕਾਰ ਉਹ ਆਪਣੇ ਸਰੀਰ ਤੋਂ ਵੱਖਰੇ ਕਰਦਾ ਹੀ ਨਹੀਂ ਹੈ। ਸਵੇਰੇ ਵੀ ਕੇਸਾਂ ਵਿੱਚ ਕੰਘਾ ਕਰਨਾ ਹੈ, ਸ਼ਾਮੀ ਵੀ ਕੇਸਾਂ ਵਿੱਚ ਕੰਘਾ ਕਰਨਾ। ਤੇ ਜਿਹੜੇ ਬੋੜ ਆਦਿਕ ਦਾ ਦੁੱਧ ਲਾ ਕਰਕੇ ਕੇਸਾਂ ਨੂੰ ਵਧਾਉਣ ਦਾ ਜਾਂ ਜੜਾਵਾਂ ਬਣਾਉਣ ਦਾ ਯਤਨ ਕਰਦੇ, ਸਤਿਗੁਰੂ ਕਹਿੰਦੇ ਇਸ ਤਰ੍ਹਾਂ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕੇਸਾਂ ਨੂੰ ਸੰਭਾਲਣਾ ਹੈ, ਨਾ ਤੇ ਇਹਨਾਂ ਨੂੰ ਮਨਾਉਣਾ ਹੈ ਤੇ ਨਾ ਇਹਨਾਂ ਦੀਆਂ ਜੜਾਵਾਂ ਬਣਾਉਣੀਆਂ ਹਨ, ਤੇ ਨਾ ਹੀ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਵੀ ਬਹੁਤਾ ਪੜ੍ਹ ਜਾਈਏ ਵੀ ਤਾਂ ਮਿਲ ਜਾਵੇਗਾ। ਕਈ ਵਾਰੀ ਬਹੁਤਾ ਪੜ੍ਹਨ ਦੇ ਨਾਲ ਬੰਦਾ ਬਹੁਤਾ ਦੂਰ ਹੋ ਜਾਂਦਾ ਰੱਬ ਤੋਂ। ਜਿੰਨੇ ਲੋਕ ਬਹੁਤੇ ਦੂਰ ਹੋਏ ਆ ਉਹ ਘੱਟ ਪੜ੍ਹੇ ਨਹੀਂ ਹੋਏ, ਜ਼ਿਆਦੇ ਪੜ੍ਹੇ ਜਿਹੜੇ ਉਹਨਾਂ ਨੇ ਪਰਮੇਸ਼ਰ ਦੇ ਬਾਰੇ ਕਈ ਤਰ੍ਹਾਂ ਦੀਆਂ ਆਪਣੀਆਂ ਵਿਚਾਰਾਂ ਦੇ ਦਿੱਤੇ। ਕਈ ਤਾਂ ਵਾਹਿਗੁਰੂ ਨੂੰ ਮੰਨਣ ਤੋਂ ਹੀ ਇਨਕਾਰੀ ਹੋ ਗਏ। ਉਹ ਕਹਿੰਦੇ ਪਰਮੇਸ਼ਰ ਕੋਈ ਹੁੰਦਾ ਹੀ ਨਹੀਂ ਹੈ। ਕਹਿੰਦੇ ਘਾਹ ਤੋਂ ਘਾਹ ਪੈਦਾ ਹੋਇਆ, ਅੰਨ ਤੋਂ ਅੰਨ ਪੈਦਾ ਹੋਇਆ, ਫਸਲ ਤੋਂ ਫਸਲ ਪੈਦਾ ਹੋਈ, ਮਨੁੱਖ ਤੋਂ ਮਨੁੱਖ ਪੈਦਾ ਹੋਇਆ। ਕਹਿੰਦੇ ਰੱਬ ਕੋਈ ਵੀ ਨਹੀਂ। ਉਹ ਜ਼ਿਆਦੇ ਪੜ੍ਹ ਗਏ, ਪੜ੍ਹ ਕੇ ਕੱਢ ਗਏ। ਉਹ ਕਹਿੰਦੇ ਬਸ ਪਦਾਰਥ ਹੀ ਪਦਾਰਥ ਹੈ, ਪਰਮਾਤਮਾ ਨਹੀਂ ਹੈ ਕੋਈ। ਭਗਤ ਕਬੀਰ ਸਾਹਿਬ ਜੀ ਨੂੰ ਐਸੇ ਕਈ ਮਿਲਦੇ ਰਹੇ, ਤੇ ਭਗਤ ਜੀ ਦੇ ਬਚਨ ਵਾ ਉਹ ਤਾਂ ਵੀਰ ਰਸ ਵਿੱਚ ਆ ਕਰਕੇ ਫਿਰ ਉਪਦੇਸ਼ ਦਿਆ ਕਰਦੇ ਸਨ। ਕਈ ਵਾਰੀ ਝਾੜ ਝੰਬ ਵੀ ਕਰ ਦਿਆ ਕਰਦੇ ਸਨ ਭਗਤ ਕਬੀਰ ਸਾਹਿਬ ਜੀ। ਭਗਤ ਜੀ ਕਹਿੰਦੇ ਵੀ ਜੇ ਰੱਬ ਨਹੀਂ ਹੈ, ਓਏ ਜੋ ਦੀਸਹਿ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਕਹਿੰਦੇ ਪੰਡਤਾ ਦੱਸ, ਬਹੁਤਿਆ ਪੜ੍ਹਿਆ ਦੱਸ ਵੀ ਉਹ ਜਿਹੜੇ ਅੰਬਰ ਦੇ ਵਿੱਚ ਤਾਰੇ ਲੱਗੇ ਆ ਉਹ ਕਿੰਨੇ ਚਿਤਰੇ ਆ? ਤਾਰੇ ਕਿੰਨੇ ਲਾਏ? ਆਕਾਸ਼ ਕਿਵੇਂ ਖਲੋਤਾ ਹੈ? ਤਾਰੇ ਆਪੇ ਬਣ ਗਏ। ਕਹਿੰਦੇ ਜੇ ਇਹ ਸਾਰੀ ਰਚਨਾ ਹੈ, ਇਹ ਕਿਰਤ ਹੈ, ਤੇ ਕਿਰਤ ਨੂੰ ਪੈਦਾ ਕਰਨ ਵਾਲਾ ਵੀ ਤੇ ਕੋਈ ਹੈ ਨਾ। ਜਿਨੇ ਸਾਰੀ ਰਚਨਾ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਉਹ ਪਰਮੇਸ਼ਰ ਵੀ ਹੈ, ਪਰਮਾਤਮਾ ਵੀ ਹੈ। ਸਤਿਗੁਰੂ ਕਹਿੰਦੇ ਜੇ ਕੋਈ ਆਖੇ ਬਹੁਤਾ ਪੜ੍ਹ ਕੇ ਪ੍ਰਾਪਤੀ ਹੋ ਜਾਵੇਗੀ, ਬਹੁਤੇ ਪੜ੍ਹਨ ਦੇ ਨਾਲ ਵੀ ਪ੍ਰਾਪਤੀ ਨਹੀਂ ਹੁੰਦੀ। ਕਈ ਵਾਰੀ ਜ਼ਿਆਦੇ ਪੜ੍ਹੇ ਨਾਸਤਕ ਹੀ ਹੋ ਜਾਂਦੇ, ਮੁਨਕਰ ਹੀ ਹੋ ਜਾਂਦੇ। ਆ ਜਿੰਨੇ ਕਿੰਤੂ ਪਰੰਤੂ ਕਰ ਰਹੇ ਆ, ਕੋਈ ਬਾਣੀ ਤੇ ਕਰ ਰਿਹਾ ਵਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਹੀ ਕਰੀ ਜਾਂਦੇ ਅੱਜ ਕੱਲ੍ਹ ਤਾਂ। ਕੋਈ ਗੁਰੂ ਕੇ ਇਤਿਹਾਸਕ ਸਥਾਨਾਂ ਤੇ ਕਰ ਰਿਹਾ, ਕੋਈ ਨਿਸ਼ਾਨ ਸਾਹਿਬ ਤੇ ਕਿੰਤੂ ਪਰੰਤੂ ਕਰ ਰਿਹਾ, ਕੋਈ ਇਸੇ ਤਰ੍ਹਾਂ ਸਰੋਵਰ ਸਾਹਿਬਾਂ ਤੇ ਕਰ ਰਿਹਾ, ਕੋਈ ਇਤਿਹਾਸਕ ਸਥਾਨਾਂ ਤੇ ਗੁਰਧਾਮਾਂ ਤੇ ਕਰ ਰਿਹਾ, ਕੋਈ ਇਤਿਹਾਸ ਤੇ ਕਰ ਰਿਹਾ। ਉਹ ਅਨਪੜ੍ਹ ਥੋੜ੍ਹਾ ਕਰ ਰਹੇ ਆ। ਜਿਹੜੇ ਪੜ੍ਹੇ ਹੋਏ ਆ ਉਹ ਪੜ੍ਹ ਕੇ ਜ਼ਿਆਦਾ ਹੀ ਪੜ੍ਹ ਗਏ ਆ ਤੇ ਉਹ ਕਾੜੀ ਗਏ। ਜੇਤਾ ਪੜ੍ਹਿਆ ਤੇਤਾ ਕੜਿਆ, ਐਸੀ ਹਾਲਤ ਹੋ ਗਈ। ਇਸ ਕਰਕੇ ਜ਼ਿਆਦਾ ਪੜ੍ਹਨ ਦੇ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ। ਪੜ੍ਹਨਾ ਚਾਹੀਦਾ, ਪਰ ਸ਼ਰਧਾ ਰਵੇ, ਭਾਵਨਾ ਰਵੇ, ਵਿਸ਼ਵਾਸ ਰਵੇ ਤੇ ਨਾਮ ਬਾਣੀ ਦਾ ਅਭਿਆਸ ਕਰੇ, ਗੁਰੂ ਕੀ ਮਰਿਆਦਾ ਵਿੱਚ ਚੱਲੇ, ਫਿਰ ਤਾਂ ਪੜ੍ਹਨਾ ਸਫਲਾ ਹੈ। ਤੇ ਪੜ੍ਹ ਕਰਕੇ ਗੁਰੂ ਕੀ ਬਾਣੀ ਦੇ ਖੰਡਨ ਕਰਨ ਵਿੱਚ ਲੱਗ ਜਾਵੇ, ਉਹ ਫਿਰ ਪੜ੍ਹਾਈ ਕਿਹੜੇ ਕੰਮ ਹੈ। ਸਤਿਗੁਰੂ ਕਹਿੰਦੇ ਵੀ ਪੜ੍ਹਨ ਦੇ ਨਾਲ ਵੀ ਸਤ ਸਰੂਪ ਪਰਮੇਸ਼ਰ ਦੀ, ਬਹੁਤੀ ਜ਼ਿਆਦਾ ਪੜ੍ਹਨ ਨਾਲ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ। ਵਾਹਿਗੁਰੂ ਦੀ ਪ੍ਰਾਪਤੀ ਦੇ ਨਾਲ ਪੜ੍ਹਾਈ ਦਾ ਤੇ ਅਨਪੜ੍ਹਤਾ ਦਾ ਕੋਈ ਸੰਬੰਧ ਨਹੀਂ ਹੈ। ਪੜ੍ਹਾਈ ਜ਼ਰੂਰੀ ਹੈ, ਪੜ੍ਹਾਈ ਮਹਾਨ ਹੈ, ਪਰ ਜੇ ਆਖੋ ਕਿ ਪੜ੍ਹਾਈ ਕਰਕੇ ਹੀ ਰੱਬ ਮਿਲਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਹੁੰਦੀ, ਮਹਾਰਾਜ ਕਹਿੰਦੇ ਨਹੀਂ, ਅਨਪੜ੍ਹਾਂ ਨੂੰ ਵੀ ਮਿਲ ਜਾਂਦਾ। ਉਹ ਤਾਂ ਧਿਆਉਣ ਦਾ ਵਿਸ਼ਾ ਹੈ। ਭਾਵੇਂ ਕੋਈ ਪੜ੍ਹਿਆ ਹੋਵੇ, ਭਾਵੇਂ ਕੋਈ ਅਨਪੜ੍ਹ ਹੋਵੇ, ਜਿਹੜਾ ਸੁਰਤ ਜੋੜਦਾ ਪਰਮੇਸ਼ਰ ਨਾਲ, ਸ਼ਬਦ ਦਾ ਅਭਿਆਸ ਕਰਦਾ, ਉਹਨੂੰ ਪ੍ਰਾਪਤੀ ਹੁੰਦੀ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਦੋਵਾਂ ਵਾਸਤੇ ਹੈ। ਗੋਬਿੰਦ ਨੂੰ ਧਿਆਉਣ ਦੀ ਗੱਲ ਹੈ। ਭਾਵੇਂ ਕੋਈ ਪੜ੍ਹਿਆ ਤੇ ਉਹ ਵੀ ਗੋਬਿੰਦ ਨੂੰ ਧਿਆਵੇ, ਉਹਨੂੰ ਪਰਮਗਤੀ ਮਿਲ ਜਾਵੇਗੀ। ਜੇ ਅਨਪੜ੍ਹ ਹੈ ਤੇ ਉਹ ਵੀ ਗੋਬਿੰਦ ਨੂੰ ਧਿਆਵੇ ਤੇ ਉਹਨੂੰ ਪਰਮਗਤੀ ਮਿਲ ਜਾਵੇਗੀ। ਕੱਲੀ ਪੜ੍ਹਾਈ ਨਹੀਂ ਕੁਝ ਮਹਿਣਾ ਰੱਖਦੀ ਹੈ।
ਪੜ੍ਹ ਕੇ ਬੰਦਾ ਮੂਰਖ ਵੀ ਹੋ ਸਕਦਾ ਹੈ, ਇਹ ਨਹੀਂ ਵੀ ਅਨਪੜ੍ਹ ਹੀ ਮੂਰਖ ਹੁੰਦਾ ਹੈ। ਮਹਾਰਾਜ ਨੇ ਬਾਣੀ 'ਚ ਆਖਿਆ ਪੜ੍ਹਿਆ ਵੀ ਮੂਰਖ ਹੁੰਦਾ ਹੈ, ਪੜ੍ਹੇ ਹੋਏ ਨੂੰ ਵੀ ਮੂਰਖ ਕਿਹਾ ਜਾ ਸਕਦਾ ਹੈ। ਜਿਹਦੇ ਅੰਦਰ ਲੱਭ ਹੈ, ਜਿਹਦੇ ਅੰਦਰ ਲੋਭ ਹੈ, ਜਿਹਦੇ ਅੰਦਰ ਅਹੰਕਾਰ ਹੈ, ਜੋ ਪ੍ਰਮਾਤਮਾ ਨੂੰ ਮੰਨਦਾ ਹੀ ਨਹੀਂ ਹੈ। ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਨਾ ਸਤ ਪੜ੍ਹਿਆ ਦੇਸ ਫਿਰਹਿ। ਮਹਾਰਾਜ ਕਹਿੰਦੇ ਪੜ੍ਹਾਈ ਕਰਕੇ ਦੇਸਾਂ ਵਿੱਚ ਵਿਚਰਦਾ ਫਿਰੇ ਤੇ ਬਹੁਤੇ ਪੜ੍ਹਨ ਨਾਲ ਵੀ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾ ਪੜ੍ਹਨ ਦੇ ਨਾਲ ਬਹੁਤਾ, ਇਸੇ ਤਰ੍ਹਾਂ ਦੇਸ ਫਿਰੈ, ਦੇਸਾਂ ਵਿੱਚ ਵਿਚਰਨ ਦੇ ਨਾਲ ਵੀ ਕਦੀ ਕਿਸੇ ਦੇਸ਼ ਵਿੱਚ ਕਦੀ ਕਿਸੇ ਦੇਸ਼ ਵਿੱਚ ਜਗ੍ਹਾ ਜਗ੍ਹਾ ਵਿਚਰਨ ਦੇ ਨਾਲ ਵੀ ਉਸ ਵਾਹਿਗੁਰੂ ਪਰਮੇਸ਼ਰ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਫਿਰ ਸਿੱਧਾ ਨੇ ਆਖਿਆ ਜੀ ਰੁੱਖਾਂ ਹੇਠਾਂ ਬੈਠ ਕੇ, ਰੁੱਖ ਜਿਹੜੇ ਜੰਗਲਾਂ ਦੇ ਵਿੱਚ ਪੈਦਾ ਹੋਏ ਰੁੱਖੇ, ਤੇ ਬਿਰਖੀ ਬਿਰਖ ਜਿਹੜੇ ਬਾਗਾਂ ਦੇ ਵਿੱਚ ਹਨ, ਇਸੇ ਤਰ੍ਹਾਂ ਪੱਥਰ ਆਦਿਕ ਰੁੱਖਾਂ ਦੇ ਹੇਠਾਂ ਬੈਠਣ ਦੇ ਨਾਲ, ਬਾਗਾਂ ਵਾਲੇ ਬ੍ਰਿਖਾਂ ਦੇ ਹੇਠ ਬੈਠਣ ਦੇ ਨਾਲ, ਪੱਥਰਾਂ ਦੇ ਉੱਤੇ ਜਾਂ ਪੱਥਰਾਂ ਦੇ ਵਿੱਚ ਖੁੰਦਰਾਂ ਦੇ ਵਿੱਚ ਬੈਠਣ ਦੇ ਨਾਲ, ਗੁਫਾਵਾਂ ਬਣਾ ਕਰਕੇ ਉੱਥੇ ਬਹਿ ਕਰਕੇ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜਾਂ ਰੁੱਖਾਂ ਬਿਰਖਾਂ ਦੇ ਫਲ ਫੁੱਲ ਖਾਣ ਦੇ ਨਾਲ ਤੇ ਪੱਥਰਾਂ ਦੇ ਉੱਤੇ ਪਹਾੜਾਂ ਵਿੱਚ ਬਹਿਣ ਦੇ ਨਾਲ ਵੀ ਉਸ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਜਿਵੇਂ ਪੱਥਰ ਨੂੰ ਸੋ ਵੱਢਿਆ ਟੁਕਿਆ ਜਾਂਦਾ ਹੈ, ਤਰਾਸ਼ਿਆ ਜਾਂਦਾ ਹੈ, ਇਸੇ ਤਰ੍ਹਾਂ ਆਪਣੇ ਆਪ ਨੂੰ ਤਸ਼ਾ ਦੇਵੇ, ਆਪਣੇ ਆਪ ਨੂੰ ਕਟਾ ਦੇਵੇ, ਤਰਾਸ਼ ਦੇਵੇ ਆਪਣੇ ਆਪ ਨੂੰ। ਐਸੇ ਦੁੱਖ ਵੀ ਭਾਵੇਂ ਸਹਾਰ ਲਵੇ ਤੇ ਪੱਥਰ ਦੀ ਤਰ੍ਹਾਂ ਆਪਣੇ ਆਪ ਨੂੰ ਤਰਾਸ਼ਣ ਦੇ ਨਾਲ, ਤਸ਼ਾਉਣ ਦੇ ਨਾਲ, ਦੁੱਖ ਸਹਾਰਨ ਦੇ ਨਾਲ ਵੀ ਉਸ ਸਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਜਿਵੇਂ ਹਾਥੀ ਸੰਗਲ ਮਾਰ ਕੇ ਬੰਨੇ ਜਾਂਦੇ ਆ, ਇਸ ਤਰ੍ਹਾਂ ਆਪਣੇ ਆਪ ਨੂੰ ਸੰਗਲ ਮਾਰ ਕੇ ਬਣਾ ਵੀ ਲਵੇ। ਕਈ ਐਸੇ ਵੀ ਮੱਤ ਵਾ ਜਿਹੜੇ ਸੰਗਲ ਮਾਰਦੇ ਪਿੰਡੇ ਦੇ ਉੱਤੇ, ਸੰਗਲਾਂ ਨਾਲ ਬੰਨ੍ਹਦੇ ਵੀ ਆ ਤੇ ਸੰਗਲਾਂ ਨੂੰ ਆਪਣੇ ਉੱਤੇ ਮਰਵਾਉਂਦੇ ਵੀ ਆ, ਲੱਕ ਦੇ ਵਿੱਚ ਸੰਗਲ ਮਰਵਾਉਂਦੇ। ਤਾਂ ਮਹਾਰਾਜ ਕਹਿੰਦੇ ਸੰਗਲਾਂ ਨਾਲ ਬੰਨੇ ਜਾਣ ਕਰਕੇ ਵੀ, ਜਿਵੇਂ ਹਾਥੀਆਂ ਨੂੰ ਸੰਗਲ ਮਾਰ ਕੇ ਬੰਨਿਆ ਜਾਂਦਾ, ਇਸ ਤਰ੍ਹਾਂ ਜੰਜੀਰਾਂ ਵਿੱਚ ਆਪਣੇ ਆਪ ਨੂੰ ਬੰਧਾਉਣ ਦੇ ਨਾਲ ਵੀ ਪਰਮੇਸ਼ਰ ਦੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਤੇ ਗਾਵਾਂ ਨੂੰ ਘਾਹ ਚਰਾਉਣ ਦੇ ਨਾਲ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਕਿ ਗਾਵਾਂ ਨੂੰ ਚਾਰੀ ਜਾਈਏ ਤੇ ਸ਼ਾਇਦ ਇਸ ਤਰ੍ਹਾਂ ਰੱਬ ਮਿਲ ਪਵੇਗਾ। ਗਾਵਾਂ ਚਾਰਨ ਦੇ ਨਾਲ ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਨਹੀਂ ਮਿਲਦਾ। ਤੇ ਜਿਵੇਂ ਗਾਵਾਂ ਘਾਹ ਚਰਦੀਆਂ ਵਾ, ਗਾਵਾਂ ਦੀ ਤਰ੍ਹਾਂ ਘਾਹ ਕੀ ਖਾ ਕੇ ਜੇ ਕੋਈ ਆਖੇ ਮੈਂ ਗੁਜ਼ਾਰਾ ਕਰ ਲਵਾਂ ਜੰਗਲ ਵਿੱਚ ਰਹਿ ਕੇ, ਉੱਥੋਂ ਦੀਆਂ ਜੜੀਆਂ ਬੂਟੀਆਂ ਖਾ ਕੇ, ਫਲ ਫੁੱਲ ਖਾ ਕੇ, ਕੰਦ ਮੂਲ ਖਾ ਕੇ, ਗਾਵਾਂ ਦੀ ਤਰ੍ਹਾਂ ਘਾਹ ਪੱਤੇ ਖਾ ਕੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜਿਉਂਦਾ ਰੱਖਾਂ, ਇਸ ਤਰ੍ਹਾਂ ਵੀ ਮਹਾਰਾਜ ਕਹਿੰਦੇ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਹ ਭਾਈ ਮੁਕਤੀ ਸਾਰੀਆਂ ਸ਼ਕਤੀਆਂ ਸਿੱਧੀ ਜਿਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਨਾ, ਜਦੋਂ ਉਹ ਦਿੰਦਾ ਹੈ ਆਪ ਜਿਸ ਨੂੰ ਉਹ ਸੋਈ ਪਰਮੇਸ਼ਰ ਜਿਸ ਨੂੰ ਦਿੰਦਾ ਹੈ ਨਾ, ਉਸੇ ਨੂੰ ਕਲਿਆਣ ਪ੍ਰਾਪਤ ਹੁੰਦੀ ਹੈ, ਉਸੇ ਨੂੰ ਮੁਕਤੀ ਮਿਲਦੀ ਹੈ, ਉਸੇ ਨੂੰ ਸਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਉਹ ਵਾਹਿਗੁਰੂ ਜੀ ਆਪ ਦੇਵੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਸਿੱਧੋ ਉਸ ਜੀਵ ਨੂੰ ਵਡਿਆਈ ਮਿਲਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਦੀ, ਜਿਸ ਦੇ ਹਿਰਦੇ ਦੇ ਭੀਤਰ ਕਹੀਏ ਅੰਦਰ, ਜਿਸ ਦੇ ਹਿਰਦੇ ਦੇ ਵਿੱਚ ਸ਼ਬਦ ਦਾ ਰਵੈ ਮੈਨੇ ਉਚਾਰਨ ਹੁੰਦਾ ਹੈ। ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜ ਕੇ ਸ਼ਬਦ ਦਾ ਉਚਾਰਨ ਕਰਦਾ ਹੈ ਨਾ, ਉਸ ਨੂੰ ਸਤ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਬਾਕੀ ਜਿੰਨਿਆਂ ਦਾ ਜ਼ਿਕਰ ਕੀਤਾ ਹੈ, ਸ਼ਬਦ ਨੂੰ ਛੱਡ ਕੇ ਸਾਰਾ ਕੁਝ ਕਰ ਲਵੇ ਜੋ ਇਸ ਸ਼ਲੋਕ ਵਿੱਚ ਪਿੱਛੇ ਦੱਸਿਆ ਹੈ, ਇਹ ਸਭ ਕੁਝ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜਿੰਨਾ ਚਿਰ ਸ਼ਬਦ ਨਹੀਂ ਉਚਾਰਨ ਕਰਦਾ ਹੈ, ਜਿੰਨਾ ਚਿਰ ਸ਼ਬਦ ਨੂੰ ਨਹੀਂ ਹਿਰਦੇ ਵਿੱਚ ਵਸਾਉਂਦਾ ਹੈ। ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸਦਾ ਹੈ, ਗੁਰੂ ਕਾ ਉਪਦੇਸ਼ ਵਸਦਾ ਹੈ ਤੇ ਗੁਰੂ ਕੇ ਸ਼ਬਦ ਦਾ ਉਚਾਰਨ ਕਰਦਾ ਹੈ, ਉਸ ਨੂੰ ਸਤ ਸਰੂਪ
ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਸ ਸ਼ਲੋਕ ਦਾ ਇੱਕ ਹੋਰ ਅਰਥ ਵੀ ਮਹਾਂਪੁਰਖਾਂ ਨੇ ਕੀਤਾ ਹੈ, ਗੁਰਮੁਖ ਪਿਆਰਿਆਂ ਨੇ, ਕਿ ਸਿੱਧਾਂ ਨੇ ਪੁੱਛਿਆ, ਮਹਾਰਾਜ ਸੱਤ ਕੀ ਹੈ, ਸਦਾ ਰਹਿਣ ਵਾਲਾ ਕੀ ਹੈ? ਤੇ ਸਤਿਗੁਰੂ ਜੀ ਦੱਸਦੇ ਆ ਵੀ ਬਾਕੀ ਤਾਂ ਸਭ ਕੁਝ ਨਾਸਵਾਨ ਹੀ ਹੈ, ਸੱਤ ਤਾਂ ਇੱਕੋ ਇੱਕ ਪ੍ਰਮਾਤਮਾ ਹੀ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਇਹੀ ਸ਼ਲੋਕ ਫੇਰ ਆਰੰਭ ਤੋਂ ਪੜ੍ਹੀਏ, ਦੂਸਰਾ ਅਰਥ ਵੀ ਵਿਚਾਰ ਲਈਏ। ਆਰੰਭ ਤੋਂ ਪੜ੍ਹੀਏ, ਆਖਿਆ ਜੀ ਆਰੰਭ ਤੋਂ। ਨਾ ਸਤ ਦੁਖੀਆ, ਗਰੀਬ ਨਵਾਜ ਸਾਹਿਬ ਜੀ ਕਹਿੰਦੇ, ਸਿੱਧੋ ਸੱਤ ਪੁੱਛਦੇ ਹੋ ਕਿ ਸੱਤ ਕੀ ਹੈ, ਸਦਾ ਰਹਿਣ ਵਾਲਾ ਕੀ ਹੈ? ਤੇ ਸੱਤ ਤਾਂ ਪ੍ਰਮਾਤਮਾ ਹੀ ਹੈ, ਵਾਹਿਗੁਰੂ ਹੀ ਸੱਤ ਹੈ। ਬਾਕੀ ਸੰਸਾਰ ਵਿੱਚ ਨਾ ਸੱਤ ਦੁਖੀਆ। ਜੇ ਕੋਈ ਦੁਖੀ ਹੈ ਨਾ, ਦੁੱਖ ਚੱਲ ਰਿਹਾ ਹੈ, ਸਰੀਰ ਕਰਕੇ ਦੁਖੀ ਹੈ, ਮਨ ਕਰਕੇ ਦੁਖੀ ਹੈ, ਬਾਣੀ ਕਰਕੇ ਦੁਖੀ ਹੈ, ਕਿਉਂਕਿ ਸੰਸਾਰ ਵਿੱਚ ਕੋਈ ਇੱਕ ਤਰ੍ਹਾਂ ਦਾ ਦੁੱਖ ਥੋੜਾ ਹੈ, ਇੱਕ ਤਰ੍ਹਾਂ ਦਾ ਰੋਗ ਥੋੜਾ ਹੈ। ਕਿਸੇ ਨੂੰ ਸਰੀਰਕ ਰੋਗ ਲੱਗਾ ਹੈ, ਕਿਸੇ ਨੂੰ ਮਾਨਸਿਕ ਰੋਗ ਲੱਗਾ ਹੈ। ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਹੈ, ਸਾਰਾ ਸੰਸਾਰ ਹੀ ਰੋਗੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇਸ ਕਰਕੇ ਨਾ ਸਤ ਦੁਖੀਆ। ਜੋ ਦੁਖੀ ਹੈ ਨਾ, ਉਹ ਵੀ ਸਤ ਨਹੀਂ ਹੈ, ਉਹਨੇ ਵੀ ਨਾਸ ਹੋ ਜਾਣਾ ਹੈ, ਉਹਨੇ ਵੀ ਸਦਾ ਨਹੀਂ ਰਹਿਣਾ ਹੈ। ਨਾ ਸਤ ਸੁਖੀਆ। ਤੇ ਜੋ ਸੁਖ ਭੋਗ ਰਿਹਾ ਹੈ, ਸਰੀਰ ਦੇ ਸਾਰੇ ਸੁੱਖ ਜਿਸ ਨੂੰ ਪ੍ਰਾਪਤ ਹੋਏ, ਖਾਣ ਵਾਸਤੇ, ਪੀਣ ਵਾਸਤੇ, ਪਹਿਨਣ ਵਾਸਤੇ, ਜੋ ਚਾਹੀਦਾ ਮਿਲ ਰਿਹਾ ਹੈ, ਰਹਿਣ ਵਾਸਤੇ ਵਧੀਆ ਘਰ ਹੈ, ਸਭ ਕੁਝ ਸਰੀਰਕ ਸਹੂਲਤਾਂ ਹਨ। ਮਹਾਰਾਜ ਕਹਿੰਦੇ ਉਹ ਸੁਖੀ ਵੀ ਸਤ ਨਹੀਂ ਹੈ, ਸਦੀਵੀ ਨਹੀਂ ਹੈ। ਜਿਹੜਾ ਸੁਖ ਭੋਗਦਿਆ ਚਲੇ, ਉਹਨੇ ਵੀ ਜਾਣਾ, ਉਹ ਵੀ ਨਾਸਵਾਨ ਹੈ। 42 ਲੱਖ ਜੂਨਾ ਪਾਣੀ ਦੇ ਵਿੱਚ ਜਿਹੜੇ ਜੀਵ ਜੰਤੂ ਫਿਰਦੇ ਆ, ਉਹ ਵੀ ਸਤ ਨਹੀਂ ਹਨ, ਸਦਾ ਰਹਿਣ ਵਾਲੇ ਨਹੀਂ। 42 ਲੱਖ ਜੂਨਾ ਵੀ ਨਾਸਵਾਨ, ਉਹ ਵੀ ਨਾਸ ਹੋ ਜਾਣਗੀਆਂ। ਜਿਹੜੇ ਪਾਣੀ ਦੇ ਵਿੱਚ ਵਿਚਰਦੇ ਆ, ਜਲ ਧਾਰੇ ਕਰਦੇ ਆ ਜੰਤ, ਉਹ ਵੀ ਸਤ ਰਹਿਣ ਵਾਲੇ ਨਹੀਂ ਹਨ, ਉਹ ਵੀ ਨਾਸ ਹੋ ਜਾਣ ਵਾਲੇ ਹਨ। ਤੇ ਜਿਹੜੇ ਸਿਰ ਮੂੰਹ ਬਣਾਉਂਦੇ ਆ, ਮਹਾਰਾਜ ਕਹਿੰਦੇ ਉਹ ਵੀ ਸਦਾ ਰਹਿਣ ਵਾਲੇ ਨਹੀਂ। ਜਿਹੜੇ ਸਿਰ ਮੂੰਹ ਕਟਾਉਣ ਵਾਲੇ ਹਨ, ਕੇਸਾਂ ਨੂੰ ਕਟਾਉਣ ਵਾਲੇ, ਉਹ ਵੀ ਸਦਾ ਸਤ ਨਹੀਂ, ਉਹ ਵੀ ਨਾਸ ਹੋ ਜਾਣਗੇ। ਕੇਸੀ ਜਿਹੜੇ ਬੋੜ ਆਦਿਕ ਦੀਆਂ ਉਹ ਦੁੱਧ ਲਾ ਕਰਕੇ ਤੇ ਜੜਾਵਾਂ ਵਧਾਉਂਦੇ ਆ, ਜੜਾਵਾਂ ਬਣਾਉਂਦੇ ਆ, ਉਹ ਵੀ ਸਦਾ ਨਹੀਂ ਰਹਿਣ ਵਾਲੇ, ਉਹ ਵੀ ਨਾਸ ਹੋ ਜਾਣਗੇ। ਇੱਥੇ ਜਿਹਨਾਂ ਨੇ ਪੜ੍ਹਨ ਤੇ ਹੀ ਜ਼ੋਰ ਦਿੱਤਾ ਹੋਇਆ ਵਾ, ਪੜ੍ਹੇ ਹੋਏ ਵੀ ਸਤ ਨਹੀਂ ਹਨ। ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੜ੍ਹਾਈ ਹੀ ਕੀਤੀ ਹੈ, ਉਹ ਪੜ੍ਹੇ ਹੋਏ ਵੀ ਸਦਾ ਨਹੀਂ ਰਹਿਣਗੇ, ਉਹ ਵੀ ਚਲੇ ਜਾਣਗੇ, ਉਹ ਵੀ ਨਾਸਵਾਨ ਹੀ। ਜਿਹੜੇ ਦੇਸ਼ਾਂ ਵਿੱਚ ਭਰਮਣ ਕਰਦੇ ਫਿਰਦੇ, ਵਿਚਰਦੇ, ਕਦੀ ਕਿਸੇ ਦੇਸ਼ ਕਦੀ ਕਿਸੇ ਦੇਸ਼ ਵਿੱਚ, ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਦੇ, ਉਹ ਵੀ ਮਹਾਰਾਜ ਕਹਿੰਦੇ ਸਤ ਨਹੀਂ ਹਨ, ਉਹ ਵੀ ਨਾਸਵਾਨ ਹੀ ਹਨ। ਇਹ ਸਿੱਧੋ ਰੁੱਖ ਵੀ ਜੰਗਲਾਂ ਵਿੱਚੋਂ ਪੈਦਾ ਹੋਣ ਵਾਲੇ ਜਿਹੜੇ ਆ, ਉਹ ਵੀ ਸਦਾ ਰਹਿਣ ਵਾਲੇ ਨੇ, ਉਹ ਵੀ ਖਤਮ ਹੋ ਜਾਣਗੇ। ਬਾਗਾਂ ਵਿੱਚ ਜਿਹੜੇ ਬੂਟੇ ਜਿਨ੍ਹਾਂ ਦੀ ਦੇਖ ਰੇਖ ਕੀਤੀ ਜਾਂਦੀ, ਪਾਣੀ ਲਾਇਆ ਜਾਂਦਾ ਵਾ, ਉਹਨਾਂ ਦੀ ਪਾਲਣਾ ਕੀਤੀ, ਸਮੇਂ ਨਾਲ ਕਟਾਈ ਕੀਤੀ ਜਾਂਦੀ ਹੈ, ਉਹ ਬਾਗਾਂ ਦੇ ਦਰਖਤ ਜਿਹੜੇ ਹਨ, ਉਹ ਵੀ ਸਦਾ ਰਹਿਣ ਵਾਲੇ ਨੇ, ਵੀ ਖਤਮ ਹੋ ਜਾਣਗੇ, ਉਹਨਾਂ ਦੇ ਵੀ ਆਖਰ ਉਮਰ ਹੈ, ਸਮਾਪਤ ਹੋ ਜਾਣ ਵਾਲੇ। ਪੱਥਰ ਭਾਵੇਂ ਮਹਾਰਾਜ ਨੇ ਆਖਿਆ ਵੀ ਅਨੇਕਾਂ ਯੁੱਗ ਬੀਤ ਜਾਂਦੇ ਆ, ਪੱਥਰ ਦੀ ਇੰਨੀ ਲੰਮੀ ਉਮਰ ਹੈ, ਪਰ ਪੱਥਰ ਵੀ ਸਤਿਗੁਰੂ ਕਹਿੰਦੇ ਸਦੀਵੀ ਨਹੀਂ ਹੈ, ਪੱਥਰ ਵੀ ਨਾਸ ਹੋਣ ਵਾਲਾ ਹੈ। ਕਲਗੀਧਰ ਪਾਤਸ਼ਾਹ ਦਾ ਬਚਨ ਹੈ, ਪਾਹਨ ਅਨੇਕ ਯੁੱਗ ਏਕ ਠੌਰ ਬਾਸ ਕਰੈ। ਪੱਥਰ ਅਨੇਕਾਂ ਯੁੱਗ ਬੀਤ ਜਾਂਦੇ ਆ, ਇੱਕੇ ਥਾਂ ਤੇ ਪਿਆ ਰਹਿੰਦਾ। ਪੱਥਰ ਦੀ ਉਮਰ ਹੈ ਇੰਨੀ, ਲੰਮਾ ਸਮਾਂ ਕੱਢ ਜਾਂਦਾ, ਪਰ ਸਦੀਵੀ ਨਹੀਂ ਹੈ, ਸਤ ਨਹੀਂ ਹੈ। ਪੱਥਰ ਵੀ ਨਾਸਵਾਨ ਹੈ, ਪੱਥਰ ਵੀ ਨਾਸ ਹੋ ਜਾਣ ਵਾਲਾ। ਤੇ ਜਿਹੜੇ ਰੁੱਖਾਂ ਬਿਰਖਾਂ ਤੇ ਪੱਥਰ ਦੇ ਉੱਤੇ ਬਹਿਣ ਵਾਲੇ ਰਹਿਣ ਵਾਲੇ ਲੋਕ, ਉਹ ਵੀ ਸਦਾ ਰਹਿਣ ਵਾਲੇ ਨਹੀਂ, ਉਹ ਵੀ ਨਾਸਵਾਨ ਹਨ। ਤੇ ਜਿਵੇਂ ਪੱਥਰ ਨੂੰ ਤਰਾਸ਼ਿਆ ਜਾਂਦਾ ਹੈ, ਪੱਥਰ ਦੀ ਮੂਰਤੀ ਬਣਾਈ ਜਾਂਦੀ, ਉਹਨੂੰ ਘੜਿਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਆਪਣੇ ਆਪ ਨੂੰ ਸੰਕਟ ਦੇ ਕਰਕੇ ਆਪਣੇ ਆਪ ਨੂੰ ਤਰਾਸ਼ਦੇ ਹਨ, ਦੁੱਖ ਸਹਾਰਦੇ ਆ,
ਸੰਕਟ ਸਹਾਰਦੇ ਹਨ, ਉਹ ਵੀ ਸਦਾ ਰਹਿਣ ਵਾਲੇ ਨੂੰ ਵੀ ਨਾਸਵਾਨ ਹਨ। ਨਾ ਸਤ ਹਸਤੀ ਵੱਡੇ ਸੰਗਲ, ਜਿਹੜੇ ਸੰਗਲਾਂ ਨਾਲ ਬੱਧੇ ਹੋਏ ਹਾਥੀ ਆ ਵੱਡੇ ਵੱਡੇ, ਉਹ ਹਾਥੀ ਵੀ ਸੱਤ ਨਹੀਂ, ਉਹ ਹਾਥੀ ਵੀ ਇੱਕ ਦਿਨ ਚਲੇ ਜਾਣ ਵਾਲੇ, ਖਤਮ ਹੋ ਜਾਣ ਵਾਲੇ। ਜਿਨ੍ਹਾਂ ਰਾਜਿਆਂ ਦੇ ਦਰਵਾਜ਼ੇ ਅੱਗੇ ਹਾਥੀ ਬੱਧੇ ਹੋਏ ਆ ਸੰਗਲਾਂ ਦੇ ਨਾਲ, ਸੰਗਲ ਮਾਰ ਕੇ ਪੈਂਖੜ ਪਾ ਕੇ, ਉਹ ਰਾਜੇ ਲੋਕ ਰਾਜ ਭਾਗ ਕਰਨ ਵਾਲੇ ਵੀ ਸਦਾ ਨਹੀਂ ਰਹਿਣ ਵਾਲੇ। ਹਾਥੀਆਂ ਵਾਲੇ ਰਾਜੇ ਉਹ ਵੀ ਚਲੇ ਜਾਣ ਵਾਲੇ। ਕਹਾ ਭਇਓ ਤਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ। सर्व स्वयं की लंका होती, रावण से अधिकाई। कहा भयो दर बांधे हाथी, खिन मह भई पराई। की होया जे दरवाजे अगे रावण दे हाथी बद्धे हुंदे सी, हाथी झूलदे सी, ना ते हाथी रहे ते ना हाथियां वाला ते ना सोने दी लंका वाला रहा, वो भी चले गया। राम गयो रावण गयो, जाको बहु परवार। कहो नानक थिर कछ नहीं, सुपने ज्यों संसार। इस करके जिन्हां दे दरवाजे अगे हाथी बद्धे होए संगलां दे नाल, वो भी सत नहीं हैं। हाथियां तो भाव जिन्हां कोले बहुते पदार्थ हैं, जिन्हां कोले बहुता खजाना है, जिन्हां कोले बहुती दौलत है, बहुती माया है, वो भी सदा रहन वाले नहीं हैं। जो ये गावां घाह चरदियां फिरदियां, महाराज कहिंदे भी ये गावां भी सदीवी नहीं हैं, ये भी समाप्त हो जाने वालियां। गावां दी भी उम्र अपनी उम्र भोग के चले जांदियां, वो भी समाप्त हो जांदियां। इसे तरह गावां दी तरह जिवें गावां घाह चरदियां, जिहड़े जंगलां विच रह करके जंगल दे कंद मूल चुन के अपना आहार करते हैं, वो भी सत नहीं हैं। महाराज फिर मुक्ति किवें प्राप्त होवे, कल्याण किवें प्राप्त होवे? ते जगत गुरु जी कहिंदे ये तां वाहिगुरू दे हत्थ विच ही है। सत स्वरूप दी ओदी प्राप्ति ते बंधन कटने, मुक्ति देनी, ये तां वाहिगुरू दे हत्थ दे विच है सिद्धो। जिस प्रभु दे हत्थ दे विच है ना सिद्ध, कल्याण, मुक्ति, सारी शक्ति देवै जे सोई। जे वो आप देवे जिसनों देवे, जिसनों परमेश्वर दे दिंदा है ना, उसे नूं मुक्ति प्राप्त हुंदी है, उसे नूं कल्याण प्राप्त हुंदी है, उसे नूं सत स्वरूप वाहिगुरू दी प्राप्ति हुंदी है कि वो सत नाल जुड़ करके सत हो जाता है। परमेश्वर सत है, सदीवी है, होंद वाला है, अकाल मूरत है, अविनाशी है, ते जिहड़ा उहदे नाल जुड़ जाता वो भी अविनाशी हो जाता है। नाम रहियो साधु रहियो, रहियो गुर गोबिंद। कहो नानक इह जगत में किन जपियो गुरमंत। जगत गुरु जी कहिंदे उस जीव नूं परमात्मा की प्राप्ति दी, नाम की वडियाई मिलती है जिस दे हिरदे दे अंदर गुरु का शब्द वसदा है, शब्द रहिंदा है जिस दे हिरदे दे अंदर, ते जो रसना तो शब्द का उच्चारण करता है उसनूं वाहिगुरू जी की प्राप्ति की वडियाई मिलती है। गरीब नवाज जगत गुरु जी कहिंदे सिद्धो परमेश्वर वाहिगुरू जी का यह बचन है, वो प्रभु जी कहिंदे है कि मैं सारिया शरीरां दे विच रहिंदा हां, सारे शरीर मेरे ही बनाए हुए हैं, ये सारे शरीरां रूपी भांडे मेरे ही हैं, इन्हां सारियां विच मैं अपनी जोत नूं टकाया होया। किते प्रगट है किते गुप्त है, गुरमुखां नूं प्रगट हो जाते हैं, मनमुखां नूं गुप्त है, रहिंदे उत्थे भी आ। जिवें पानी सारी धरती दे अंदर है, किते दरिया बन के उत्ते ही वगदा पिया है, ते किते 500 फुट डूंगा है, बोर कीतियां भी नहीं निकलता। किते महात्मा दे प्रताखी उपर दर्शन हो रहे हैं, ते किते ऐसी नासिकता है, ऐसी अशरदा है, ऐसी बेविश्वासी है कि उत्थे बड़ा डूंगा है उत्थे भी। तू हिरदय गुप्त वसह दिन राती, तेरा भाव ना बुझे गवारी। किते तां अग प्रताखी चुल्हे विच बलदी पई उपर ही है, किते लकड़ दे अंदर गुप्त है, किते प्रतख ही है, घ्यो रूप दे दर्शन हो रहे, किते दुध दे विच घ्यो जिहड़ा है ते विच ही पर विच समाया होया दिसदा नहीं है। परमात्मा है तां सारियां विच, किते प्रगट है किते गुप्त है,
ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧਵ ਜੀਆ। ਜਿਹੜੇ ਗੁਰੂ ਕੇ ਉਪਦੇਸ਼ ਨਾਲ ਜੁੜ ਗਏ ਉੱਥੇ ਪ੍ਰਗਟ ਹੋ ਗਿਆ ਹੈ, ਦੂਜੇ ਥਾਵਾਂ ਤੇ ਉਹ ਗੁਪਤ ਬੈਠਾ ਹੋਇਆ ਹੈ ਉੱਥੇ ਵੀ, ਇਹ ਨਹੀਂ ਵੀ ਨਹੀਂ ਹੈ। ਉਹਦੇ ਤੋਂ ਬਿਨਾਂ ਤੇ ਕੋਈ ਸਰੀਰ ਵੀ ਨਹੀਂ ਹੈ, ਕੋਈ ਹਿਰਦਾ ਵੀ ਖਾਲੀ ਨਹੀਂ ਹੈ। ਜਗਤ ਗੁਰੂ ਜੀ ਕਹਿੰਦੇ, ਪਰਮੇਸ਼ਰ ਵਾਹਿਗੁਰੂ ਜੀ ਕਹਿੰਦੇ ਆ ਸਭ ਘਟ ਮੇਰੇ, ਸਾਰੇ ਸਰੀਰ ਮੇਰੇ। ਘਟ ਨਾਮ ਸਰੀਰ ਦਾ, ਸਾਰੇ ਸਰੀਰ ਮੇਰੇ। ਹਉ ਸਭਨਾ ਅੰਦਰ, ਮੈਂ ਸਾਰੇ ਸਰੀਰਾਂ ਦੇ ਅੰਦਰ ਹਾਂ। ਤੇ ਘਟ ਨਾਮ ਹਿਰਦੇ ਦਾ ਵੀ ਹੈ, ਘਟ ਨਾਮ ਸਰੀਰ ਦਾ ਵੀ ਹੈ ਤੇ ਹਿਰਦੇ ਦਾ ਵੀ, ਤੇ ਹਿਰਦਾ ਸਰੀਰ ਦੇ ਅੰਦਰ ਹੀ ਹੈ। ਸਭ ਘਟ ਮੇਰੇ, ਸਾਰੇ ਹਿਰਦੇ ਮੇਰੇ ਹਨ। ਹਉ ਸਭਨਾ ਅੰਦਰ, ਪ੍ਰਭੂ ਜੀ ਕਹਿੰਦੇ ਮੈਂ ਸਾਰੇ ਹਿਰਦਿਆਂ ਵਿੱਚ ਬੈਠਾ ਹੋਇਆ। ਕੋਈ ਮੇਰੇ ਨਾਲ ਗੱਲ ਤਾਂ ਕਰੇ, ਮੈਂ ਤਾਂ ਸਾਰਿਆਂ ਦੇ ਅੰਦਰ ਬੈਠਾ ਹੋਇਆ ਵਾ। ਗੱਲ ਤਾਂ ਕਰਨ ਲੋਕ ਮੇਰੇ ਨਾਲ, ਇਹ ਗੱਲਾਂ ਹੀ ਬਾਰ-ਬਾਰ ਕਰੀ ਜਾਂਦੇ ਆ, ਮੇਰੇ ਨਾਲ ਗੱਲ ਹੀ ਨਹੀਂ ਕਰਦੇ, ਮੇਰੀ ਤੇ ਭਾਸ਼ਾ ਹੀ ਨਹੀਂ ਸਮਝਦੇ। ਗੁਰੂ ਕੇ ਸ਼ਬਦ ਨੂੰ ਲੈ ਕਰਕੇ ਜਦੋਂ ਸ਼ਬਦ ਦਾ ਅਭਿਆਸ ਕਰਨਗੇ, ਅੰਤਰਮੁਖ ਬਿਰਤੀ ਕਰਨਗੇ, ਮੇਰੇ ਨਾਲ ਧਿਆਨ ਕਰਨਗੇ, ਹਲੇ ਤਾਂ ਇਹਨਾਂ ਦਾ ਧਿਆਨ ਹੀ ਬਾਰ-ਬਾਰ ਹੈ, ਮੇਰੇ ਨਾਲ ਤੇ ਗੱਲ ਹੀ ਨਹੀਂ ਕਰਦੇ। ਹੁਣ ਜਿਹੜਾ ਘਰੇ ਆ ਕੇ ਬੈਠਾ ਹੋਵੇ, ਕੋਈ ਰਿਸ਼ਤੇਦਾਰ ਆਵੇ, ਕੋਈ ਸੱਜਣ ਮਿੱਤਰ ਆਵੇ, ਕੋਈ ਭੈਣ ਭਰਾ ਆਵੇ, ਤੇ ਉਹਦੇ ਨਾਲ ਗੱਲ ਹੀ ਨਾ ਕਰੀਏ, ਉਹ ਨਾਰਾਜ਼ ਹੋ ਕਰਕੇ ਚਲੇ ਜਾਵੇਗਾ ਨਾ, ਮੈਂ ਇਹਦੇ ਘਰੇ 2 ਘੰਟੇ ਬਹਿ ਕੇ ਆ ਗਿਆ, ਇਹਨੇ ਪਿਓ ਦੇ ਪੁੱਤ ਨੇ ਗੱਲ ਹੀ ਨਹੀਂ ਕੀਤੀ ਮੇਰੇ ਨਾਲ, ਤੇ ਮੈਂ ਇਹਦੇ ਘਰੇ ਬਹਿ ਕੇ ਆ ਗਿਆ। ਤੇ ਅੱਜ ਕੱਲ੍ਹ ਤਾਂ ਬਾਹਰਲੀ ਦੁਨੀਆ ਵੀ ਇਸ ਤਰ੍ਹਾਂ ਦੀ ਹੋ ਗਈ, ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ, ਸਾਰੇ ਫੋਨਾਂ ਵਿੱਚ ਹੀ ਮਸਤ ਵਾ। ਕਿਸੇ ਦੇ ਕੋਲੇ ਮਾਂ ਪਿਓ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੈ, ਭੈਣ ਭਰਾ ਨਾਲ ਗੱਲ ਕਰਨ ਦਾ ਸਮਾਂ ਨਹੀਂ। ਇਸ ਤਰ੍ਹਾਂ ਦਾ ਵਾਤਾਵਰਨ ਬਣਦਾ ਜਾਂਦਾ ਹੈ। ਤੇ ਪਰਮਾਤਮਾ ਨਾਲ ਗੱਲ ਕਰਨ ਦਾ ਸਮਾਂ, ਮਹਾਰਾਜ ਕਹਿੰਦੇ ਉਹਦੇ ਨਾਲ ਸਾਂਝ ਪੈ ਜਾਵੇਗੀ, ਪਰ ਭਾਈ ਤੈਨੂੰ ਯਤਨ ਤਾਂ ਕਰਨਾ ਪੈਣਾ। ਅੰਮ੍ਰਿਤ ਵੇਲੇ ਉੱਠ, ਇਸ਼ਨਾਨ ਕਰ, ਮੁਖ ਤੋਂ ਨਾਮ ਜਪ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਮੁਖ ਚੋਂ ਕਿਹੜੇ ਬੋਲ ਬੋਲ ਗਏ ਜਿਨ੍ਹਾਂ ਨੂੰ ਸੁਣ ਕੇ ਉਹ ਪਿਆਰ ਕਰੇ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਫਿਰ ਕਿਹੜੀ ਵਸਤੂ ਉਹਦੇ ਅੱਗੇ ਰੱਖੀਏ ਜਿਹਦੇ ਕਰਕੇ ਉਹਦੇ ਦਰਬਾਰ ਦੇ ਦਰਸ਼ਨ ਹੋ ਜਾਣ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਮੁਖ ਚੋਂ ਕਿਹੜੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਸਾਡੇ ਨਾਲ ਪਿਆਰ ਧਾਰਨ ਕਰੇ। ਤਾਂ ਮਹਾਰਾਜ ਨੇ ਆਖਿਆ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਸੱਚੇ ਨਾਮ ਨਾਲ ਜੁੜ ਤੇ ਉਹਦੀ ਵਡਿਆਈ ਦੀ ਵਿਚਾਰ ਕਰ। ਸਤਿਗੁਰੂ ਕਹਿੰਦੇ, ਸਿੱਧੋ ਪਰਮੇਸ਼ਰ ਜੀ ਕਹਿੰਦੇ ਆ ਮੇਰੇ ਸਾਰੇ ਹੀ ਸਰੀਰ ਮੇਰੇ ਹੀ ਪੈਦਾ ਕੀਤੇ ਹੋਏ ਆ, ਇਹ ਸਾਰੇ ਹਿਰਦੇ ਮੇਰੇ ਆ ਤੇ ਮੈਂ ਸਾਰੇ ਹਿਰਦਿਆਂ ਦੇ ਵਿੱਚ ਹਾਂ। ਘਟ ਘਟ ਮੈਂ ਹਰਿ ਜੂ ਬਸੈ ਸੰਤਨ ਕਹੇ ਉਹ ਪੁਕਾਰ। ਸਾਰੇ ਘਟਾਂ ਦੇ ਵਿੱਚ ਉਹ ਪ੍ਰਭੂ ਜੀ ਵਸ ਰਹੇ, ਸੰਤਾਂ ਨੇ ਪੁਕਾਰ ਕੇ ਆਖਿਆ ਸਭ ਘਟ ਮੇਰੇ ਹਉ ਸਭਨਾ ਅੰਦਰ, ਮੈਂ ਸਾਰਿਆਂ ਹਿਰਦਿਆਂ ਦੇ ਅੰਦਰ ਹਾਂ। ਜਿਸ ਖੁਆਈ ਤਿਸ ਕੌਣ ਕਹੈ, ਤੇ ਜਿਸ ਨੂੰ ਮੈਂ ਖੁਆਈ ਭੁਲਾ ਦੇਵਾਂ, ਜਿਸ ਨੂੰ ਖੁਆਰੀ ਦੇ ਦੇਵਾਂ, ਤਿਸ ਨੂੰ ਫਿਰ ਕੌਣ ਕਹਿ ਸਕਦਾ ਹੈ? ਉਸ ਨੂੰ ਫਿਰ ਕੌਣ ਕਹੇਗਾ? ਕੌਣ ਉਪਦੇਸ਼ ਦੇਵੇਗਾ? ਕੌਣ ਸਿੱਖਿਆ ਦੇਵੇਗਾ? ਜਿਸ ਨੂੰ ਮੈਂ ਹੀ ਖੁਆਰੀ ਦੇ ਦੇਵਾਂ, ਮੈਂ ਹੀ ਭੁਲਾ ਦੇਵਾਂ। ਪ੍ਰਭੂ ਜੀ ਕਹਿੰਦੇ ਹਨ, ਕਹਿੰਦੇ ਜਿਸ ਨੂੰ ਮੈਂ ਸ੍ਰੇਸ਼ਟ ਭਾਵ ਭਗਤੀ ਦੀ ਵਾਟੜੀ ਕਹੀਏ, ਰਸਤਾ, ਜਿਸ ਨੂੰ ਮੈਂ ਵਾਟ ਵਿਖਾ ਦੇਵਾਂ, ਜਿਸ ਨੂੰ ਮੈਂ ਰਸਤਾ ਦਿਖਾ ਦੇਵਾਂ, ਇਹ ਪਰਮਾਰਥ ਦਾ, ਤੇ ਤਿਸ ਨੂੰ ਫਿਰ ਕੌਣ ਭੁਲਾ ਸਕਦਾ? ਭਾਵ ਜਿਸ ਨੂੰ ਪ੍ਰਭੂ ਜੀ ਕਹਿੰਦੇ ਵੀ ਮੈਂ ਆਪ ਰਸਤਾ ਵਿਖਾ ਦੇਵਾਂ ਨਾ, ਉਹਨੂੰ ਫਿਰ ਕੋਈ ਭੁਲਾਉਣ ਵਾਲਾ ਨਹੀਂ, ਕੋਈ ਉਹਨੂੰ ਭੁਲਾ ਨਹੀਂ ਸਕਦਾ, ਉਸ ਰਸਤੇ ਤੋਂ ਭਟਕਾ ਨਹੀਂ ਸਕਦਾ ਹੈ। ਤੇ ਜਿਸ ਨੂੰ ਸਿਰੋਂ ਹੀ ਮੈਂ ਪੰਧ ਰਸਤਾ ਭੁਲਾ ਦੇਵਾਂ, ਜਿਸ ਨੂੰ ਮੁੱਢ ਤੋਂ ਹੀ ਆਦ ਤੋਂ ਹੀ ਇਹ ਪ੍ਰਭੂ ਭਗਤੀ ਦੇ ਰਸਤੇ ਤੋਂ ਮੈਂ ਖੁੰਝਾ ਦੇਵਾਂ, ਭੁਲਾ ਦੇਵਾਂ, ਤੇ ਉਸ ਨੂੰ ਫਿਰ ਕਿਹੜਾ ਰਸਤਾ ਵਿਖਾਉਣ ਵਾਲਾ? ਭਾਵ ਜਿਸ ਨੂੰ ਪ੍ਰਭੂ ਜੀ ਕਹਿੰਦੇ ਮੈਂ ਆਪ ਹੀ ਇਸ ਰਸਤੇ ਤੋਂ ਭੁਲਾ ਦੇਵਾਂ, ਉਹਨੂੰ ਕੋਈ ਰਸਤਾ ਵਿਖਾ ਨਹੀਂ ਸਕਦਾ। ਇਹਦਾ ਭਾਵ ਇਹ ਹੋਇਆ ਕਿ ਰਸਤਾ ਵਿਖਾਉਣ ਵਾਲੇ ਪ੍ਰਭੂ ਜੀ ਆਪ ਹੀ ਹਨ। ਜਿਸ ਨੂੰ ਰਸਤਾ ਵਿਖਾ ਦਿੰਦੇ ਆ ਉਹ ਸ੍ਰੇਸ਼ਟ ਰਸਤੇ ਤੇ ਚੱਲਦਾ ਹੈ, ਜਿਸ ਨੂੰ ਭੁਲਾ ਦਿੰਦੇ ਉਹ ਭਟਕ ਜਾਂਦਾ ਹੈ। ਹੋਰ ਸਿੱਧਾਂ ਨੇ ਮਹਾਰਾਜ ਸਾਹਿਬ ਜੀ ਨੂੰ ਇਸੇ ਤਰ੍ਹਾਂ ਈਸਰ ਨਾਮ ਦੇ ਸਿੱਧ ਨੇ ਗੁਰੂ ਸਾਹਿਬ ਜੀ ਨੂੰ ਸਵਾਲ ਕੀਤਾ ਹੈ ਵੀ ਗ੍ਰਸਤੀ ਦੇ ਲੱਛਣ ਦੱਸੋ। ਮਹਾਰਾਜ ਗ੍ਰਸਤੀ ਕੈਸਾ ਹੁੰਦਾ ਹੈ?
ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਹਨ, ਸੋ ਗਿਰਹੀ ਜੋ ਨਿਬਰਹੁ ਕਰੈ। ਗਿਰਹੀ ਗ੍ਰਸਤੀ ਉਹ ਹੈ ਜੋ ਇੰਦਰੀਆਂ ਦਾ ਦਮਨ ਕਰੇ, ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕਰਕੇ ਰੱਖੇ, ਅੱਖਾਂ ਨਾਲ ਬਗਾਨਾ ਰੂਪ ਨਾ ਤੱਕੇ, ਰਸਨਾ ਨਾਲ ਝੂਠ ਨਾ ਬੋਲੇ, ਨਿੰਦਿਆ ਨਾ ਬੋਲੇ, ਕੰਨਾਂ ਦੇ ਨਾਲ ਝੂਠ ਨਿੰਦਿਆ ਚੁਗਲੀ ਦੇ ਵਾਕ ਨਾ ਸੁਣੇ, ਇਤਿਆਦਿਕ ਇੰਦਰੀਆਂ ਨੂੰ ਜੋ ਦਮਨ ਕਰਕੇ ਰੱਖਦਾ ਹੈ ਉਹ ਗ੍ਰਸਤੀ ਹੈ। ਜਪ ਤਪ ਸੰਜਮ ਦੀਖਿਆ ਕਰੈ। ਫਿਰ ਉਹ ਜਪ ਕਰੇ, ਤਪ ਕਰੇ, ਜਪ ਕਰੇ ਗੁਰੂ ਕੀ ਬਾਣੀ ਦਾ, ਨਾਮ ਦਾ, ਤੇ ਤਪ ਤਪੱਸਿਆ ਕਰੇ ਗੁਰੂ ਕੀ ਸੇਵਾ ਦੀ, ਤੇ ਭੀਖਿਆ ਕਰੇ ਗੁਰੂ ਸਾਹਿਬ ਜੀ ਦੇ ਘਰ ਦਾ ਭਿਖਾਰੀ ਬਣ ਕੇ ਨਾਮ ਦੀ ਭਿਖਿਆ ਮੰਗਣਾ ਕਰੇ। ਪੁੰਨ ਦਾਨ ਕਾ ਕਰੇ ਸਰੀਰ। ਤੇ ਫਿਰ ਪੁੰਨ ਦਾਨ ਕਰੇ। ਜੋ ਸ੍ਰੇਸ਼ਟ ਦਿਹਾੜੇ ਹਨ, ਗੁਰਪੁਰਬ ਹਨ, ਉਹਨਾਂ ਤੇ ਜੋ ਦਾਨ ਕੀਤਾ ਜਾਂਦਾ ਉਹਨੂੰ ਪੁੰਨ ਕਿਹਾ ਜਾਂਦਾ, ਜੋ ਸੁਤੇ ਰੋਜ਼ ਦਾਨ ਕੀਤਾ ਜਾਂਦਾ ਉਹਨੂੰ ਦਾਨ ਕਿਹਾ ਜਾਂਦਾ। ਆਪਣੇ ਸਰੀਰ ਦੇ ਨਾਲ ਪੁੰਨ ਦਾਨ ਕਰੇ, ਗ੍ਰਸਤੀ ਉਹ ਹੈ। ਅਥਵਾ ਆਪਣੇ ਸਰੀਰ ਨੂੰ ਹੀ ਸੇਵਾ ਦੇ ਵਿੱਚ ਪਰਉਪਕਾਰ ਵਿੱਚ ਲਾ ਦੇਵੇ, ਆਪਣੇ ਸਰੀਰ ਦਾ ਹੀ ਪੁੰਨ ਦਾਨ ਕਰ ਦੇਵੇ, ਉਹ ਗ੍ਰਸਤੀ ਹੈ। ਅਥਵਾ ਜਿੰਨਾ ਚਿਰ ਸਰੀਰ ਸਲਾਮਤ ਹੈ, ਸਵਾਸ ਚੱਲਦੇ ਆ, ਉਹਨਾਂ ਚਿਰ ਪੁੰਨ ਦਾਨ ਕਰਦਾ ਰਹੇ। ਸੋ ਗਿਰਹੀ ਗੰਗਾ ਕਾ ਨੀਰ। ਜਗਤ ਗੁਰੂ ਜੀ ਕਹਿੰਦੇ, ਹੇ ਸਿੱਧੋ, ਉਹ ਗਿਰਹੀ ਘਰ ਵਿੱਚ ਰਹਿਣ ਵਾਲਾ, ਗ੍ਰਸਤ ਵਿੱਚ ਰਹਿ ਕਰਕੇ ਨਿਯਮਾਂ ਨੂੰ ਨਿਭਾਉਣ ਵਾਲਾ, ਉਹ ਇੰਜ ਪਵਿੱਤਰ ਹੋ ਜਾਂਦਾ ਜਿਵੇਂ ਗੰਗਾ ਦਾ ਨੀਰ ਪਵਿੱਤਰ ਹੈ, ਜਿਵੇਂ ਗੰਗਾ ਦਾ ਜਲ ਪਵਿੱਤਰ ਹੈ। ਇਸ ਤਰ੍ਹਾਂ ਉਹ ਗ੍ਰਸਤੀ ਪਵਿੱਤਰ ਹੈ ਜਿਹੜਾ ਧਰਮ ਦੀ ਕਿਰਤ ਕਰਕੇ, ਦਸਾਂ ਨੌਆਂ ਦੀ ਕਮਾਈ ਕਰਕੇ, ਤੇ ਜਪ ਵੀ ਕਰਦਾ ਹੈ, ਤਪ ਵੀ ਕਰਦਾ ਸੇਵਾ ਕਰਨ ਰੂਪੀ। ਇਸੇ ਤਰ੍ਹਾਂ ਫਿਰ ਗੁਰੂ ਦਰ ਦਾ ਭਿਖਾਰੀ ਬਣ ਕੇ ਤੇ ਮਹਾਰਾਜ ਦੇ ਘਰੋਂ ਸਿੱਖੀ ਦੀ ਦਾਤ, ਨਾਮ ਬਾਣੀ ਦੀ ਦਾਤ ਮੰਗਦਾ ਹੈ, ਤੇ ਫਿਰ ਪੁੰਨ ਦਾਨ ਕਰਦਾ ਹੈ, ਲੋੜਵੰਦਾਂ ਦੀ ਮਦਦ ਕਰਦਾ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦਾ ਹੈ, ਪਿਆਸੇ ਨੂੰ ਜਲ ਛਕਾਉਂਦਾ ਹੈ, ਲੋੜਵੰਦ ਨੂੰ ਵਸਤਰ ਦਿੰਦਾ ਹੈ। ਐਸਾ ਜਿਹੜਾ ਗ੍ਰਸਤੀ ਹੈ ਉਹ ਗੰਗਾ ਦੇ ਜਲ ਦੀ ਤਰ੍ਹਾਂ ਪਵਿੱਤਰ ਹੈ। ਬੋਲੇ ਸਤ ਸਰੂਪ। ਇਹ ਈਸਰ ਨਾਥ ਜੋਗੀ ਨੇ ਸਵਾਲ ਕੀਤਾ ਸੀ। ਬੋਲੇ, ਬੋਲਦੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿ ਹੈ ਈਸਰਨਾਥ, ਉਹ ਪਰਮੇਸ਼ਰ ਜੋ ਸਤ ਸਰੂਪ ਹੈ। ਇਹਨਾਂ ਨੇ ਸਵਾਲ ਕੀਤਾ ਹੀ ਨਾ, ਸਤ ਸਰੂਪ ਦੀ ਪ੍ਰਾਪਤੀ ਕਿਵੇਂ ਹੋਵੇ। ਮਹਾਰਾਜ ਕਹਿੰਦੇ ਗ੍ਰਸਤੀ ਇਸ ਨਿਯਮ ਵਿੱਚ ਚੱਲੇ ਤੇ ਸਤ ਸਰੂਪ ਦੀ ਪ੍ਰਾਪਤੀ ਹੋ ਜਾਵੇਗੀ। ਹੇ ਈਸਰਨਾਥ, ਜੋ ਸਤ ਸਰੂਪ ਪਰਮੇਸ਼ਰ ਹੈ ਨਾ, ਜਿਹਦਾ ਸਰੂਪ ਸੱਚਾ ਹੈ, ਪਰਮ ਤੰਤ ਮਹਿ ਰੇਗਨ ਰੂਪ। ਜੋ ਪਰਮ ਸਿਧਾਂਤ ਰੂਪ ਹੈ, ਪਰਮ ਤਤ ਸਰੂਪ ਹੈ, ਉਹ ਪਰਮ ਤੰਤ, ਪਰਮ ਜੋ ਵੱਡਾ ਹੈ ਸਭ ਤੋਂ, ਤੰਤ ਤੋਂ ਤਤ ਸਰੂਪ ਪਰਮੇਸ਼ਰ, ਸਿਧਾਂਤ ਸਰੂਪ। ਉਹ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਨਾ ਕੋਈ ਰੇਖ ਹੈ ਤੇ ਨਾ ਉਹਦਾ ਕੋਈ ਰੂਪ ਹੈ, ਉਹ ਨਿਰੰਕਾਰ ਹੈ। ਇਸ ਕਰਕੇ ਚੱਕਰ ਚਿਹਨੇ ਅਰ ਬਰਮ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਉਹਦੇ ਵਿੱਚ ਕੋਈ ਰੇਖਾ ਤੇ ਕੋਈ ਰੂਪ ਨਹੀਂ ਹੈ। ਅੱਗੇ ਹੋਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇੱਕ ਹੋਰ ਸਿੱਧ ਨੇ, ਭਾਵ ਸਿੱਧਾਂ ਦਾ ਜੋ ਗੁਰੂ ਹੈ ਗੋਰਖਨਾਥ, ਉਸ ਗੋਰਖਨਾਥ ਨੇ ਸਵਾਲ ਕੀਤਾ। ਉਹਨੇ ਆਖਿਆ ਜੀ ਅਵਧੂਤ ਸਾਧੂ ਦੇ ਲੱਛਣ ਦੱਸੋ ਜਿਹੜਾ ਤਿਆਗੀ ਹੈ। ਤੇ ਜਗਤ ਗੁਰੂ ਜੀ ਕਹਿੰਦੇ ਹਨ ਕਿ ਹੇ ਗੋਰਖਨਾਥ, ਸੋ ਅਵਧੂਤੀ, ਅਵਧੂਤ ਸਾਧੂ ਉਹ ਹੈ ਜੋ ਧੂਪੈ ਆਪ, ਜੋ ਆਪਣੇ ਆਪੇ ਨੂੰ ਧੂਪੈ ਦਿਖਾਉਣਾ ਕਰੇ। ਧੂਪੈ ਨਾਮ ਹੈ ਦਿਖਾਉਣ ਦਾ, ਜਿਵੇਂ ਧੂਣੀ ਲਾ ਕੇ, ਧੂਣੀ ਲਾਉਂਦੇ ਨਾ, ਧੂਣੀ ਦਿਖਾਈ ਜਾਂਦੀ ਹੈ, ਅੱਗ ਬਾਲੀ ਜਾਂਦੀ ਹੈ, ਸਿੱਧ ਲਾਇਆ ਕਰਦੇ ਸਨ ਧੂਣਾ। ਤਾਂ ਮਹਾਰਾਜ ਕਹਿੰਦੇ ਵੀ ਕੱਲੀ ਬਾਹਰਲੀ ਧੂਣੀ ਨਾ ਲਾਵੇ, ਆਪ ਨਾਮ ਹੈ ਹੰਕਾਰ ਦਾ, ਆਪਣੇ ਆਪ ਨੂੰ ਦਿਖਾ ਦੇਵੇ, ਆਪਣੇ ਆਪ ਨੂੰ ਦਿਖਾ ਦੇਵੇ, ਆਪਣੇ ਆਪ ਨੂੰ ਸਾੜ ਦੇਵੇ। ਆਪਣੇ ਆਪ ਦੇ ਸਾੜਨ ਤੋਂ ਭਾਵੇਂ ਨਹੀਂ ਵੀ ਸਰੀਰ ਨੂੰ ਸਾੜਦਾ, ਸਰੀਰ ਨੂੰ ਸਾੜਨਾ, ਆਪਣੇ ਆਪੇ ਨੂੰ ਸਾੜਨ ਤੋਂ ਭਾਵ ਹੈ ਆਪਣੇ ਦੇਹ ਅਧਿਆਸ ਨੂੰ, ਆਪਣੇ ਹੰਕਾਰ ਨੂੰ ਖਤਮ ਕਰੇ। ਜਿਵੇਂ ਮਹਾਰਾਜ ਨੇ ਆਖਿਆ ਪਹਿਲਾ ਮਰਨ ਕਬੂਲ। ਹੁਣ ਜਿਹੜਾ ਪਹਿਲਾ ਮਰਨ ਕਬੂਲ ਆਖਿਆ, ਇਹਦਾ ਭਾਵ ਇਹ ਤੇ ਨਹੀਂ ਵੀ ਸਰੀਰਕ ਤੌਰ ਤੇ ਮਰ ਜਾਣਾ। ਹਾਂ, ਗੁਰੂ ਸਾਹਿਬ ਜੀ ਨੇ ਜਦੋਂ ਕਿਤੇ ਪਰਖ ਕੀਤੀ ਹੈ, ਸਰੀਰਕ ਤੌਰ ਤੇ ਮਾਰਨ ਦੀ ਪਰਖ ਵੀ ਕੀਤੀ ਹੈ ਸਿੱਖਾਂ ਦੀ। ਪਰ ਹੁਣ ਰੋਜ਼ ਮਹਾਰਾਜ ਇਹ ਬਚਨ ਕਹਿ ਰਹੇ ਤੇ ਇਹਦਾ ਭਾਵ ਇਹ ਤੇ ਨਹੀਂ ਹੈ ਵੀ ਸਰੀਰਕ ਤੌਰ ਤੇ ਕੁਝ ਖਾ ਕੇ ਮਰ ਜਾਣਾ ਜਾਂ ਕਿਸੇ ਤਰੀਕੇ ਦੇ ਨਾਲ ਆਪਣੇ ਸਰੀਰ ਦੀ ਆਤਮ ਹੱਤਿਆ ਕਰ ਦੇਣੀ। ਉਹਦਾ ਭਾਵ ਇਹ ਹੈ ਕਿ ਸਰੀਰ ਦੇ ਹੁੰਦਿਆਂ ਇਸ ਤਰ੍ਹਾਂ ਰਹਿਣਾ ਕਿ ਮੈਂ ਹੈ ਹੀ ਨਹੀਂ,
ਸਭ ਕੁਝ ਹੈ ਸਤਿਗੁਰੂ ਤੂੰ ਹੀ ਹੈ, ਮੈਂ ਨਹੀਂ ਕੁਝ ਵੀ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਸਾਰਿਆਂ ਦੀ ਰੇਣਕਾ ਉਹੀ ਬਣੇਗਾ, ਸਾਰਿਆਂ ਦੀ ਚਰਨ ਧੂੜੀ ਉਹੀ ਬਣੇਗਾ ਜਿਹੜਾ ਹੰਕਾਰ ਨੂੰ ਮਾਰੇਗਾ। ਹੰਕਾਰ ਨੂੰ ਮਾਰਨਾ ਹੀ ਆਪਣੇ ਆਪ ਨੂੰ ਮਾਰਨਾ, ਇਹ ਆਪਣੇ ਆਪ ਦੇ ਨਾਲੋਂ ਮਾਰਨ ਨਾਲੋਂ ਵੀ ਵੱਡਾ ਹੈ। ਹੰਕਾਰ ਛੱਡਣ ਤੋਂ ਬਿਨਾਂ, ਹੰਕਾਰ ਵਿੱਚ ਬੰਦਾ ਆਤਮ ਹੱਤਿਆ ਕਰ ਲੈਂਦਾ ਹੈ, ਆਪਣੇ ਸਰੀਰ ਨੂੰ ਮਾਰ ਲੈਂਦਾ ਹੈ, ਪਰ ਹਉਮੈ ਨਹੀਂ ਮਾਰੀ ਜਾਂਦੀ, ਹੰਕਾਰ ਨਹੀਂ ਮਾਰਿਆ ਜਾਂਦਾ। ਸਤਿਗੁਰੂ ਕਹਿੰਦੇ ਹਉਮੈ ਨੂੰ ਮਾਰਨਾ ਹੀ ਅਸਲ ਵਿੱਚ ਆਪਣੇ ਆਪ ਨੂੰ ਦਿਖਾਉਣਾ ਹੈ। ਅਵਧੂਤ ਉਹ ਹੈ ਜੋ ਆਪਣੇ ਹੰਕਾਰ ਨੂੰ ਹੀ ਦਿਖਾ ਦੇਵੇ, ਇਹਨੂੰ ਹੀ ਸਾੜ ਦੇਵੇ। ਭੋਜਨ ਕਰੈ ਸੰਪਾਪ, ਤੇ ਭਿੱਖਿਆ ਦਾ ਭੋਜਨ ਕਰੇ। ਅਵਧੂਤ ਤਿਆਗੀ ਸਾਧੂ ਜਿੰਨੀ ਕੁ ਲੋੜ ਹੁੰਦੀ ਉਹਨਾਂ ਕੁ ਭਿਕਸ਼ਾ ਮੰਗ ਕਰਕੇ ਭੋਜਨ ਛਕ ਲੈਂਦੇ। ਭਿੱਖਿਆ ਮੰਗ ਕੇ ਤੇ ਭੋਜਨ ਕਰ ਲਵੇ, ਤੇ ਸੰਤਾਪ ਵੀ ਆਪਣੇ ਸਰੀਰ ਨੂੰ ਤਪਾਉਣਾ ਕਰੇ, ਭਾਵ ਤਪ ਕਰੇ, ਬੰਦਗੀ ਕਰੇ। ਤੇ ਕੱਲੀ ਬਾਹਰਲੀ ਭਿੱਖਿਆ ਨਾ ਮੰਗ ਕੇ ਛਕੇ, ਤੇ ਫਿਰ ਇਸੇ ਤਰ੍ਹਾਂ ਬਾਹਰੋਂ ਜਿਹੜੀ ਭਿੱਖਿਆ ਮੰਗ ਕਰਕੇ ਤੇ ਉੱਥੇ ਹੀ ਨਾ ਵੀ ਰੁਕ ਜਾਵੇ। ਆਓ ਹੱਠ, ਆਓ ਨਾਮ ਹੈ ਪੁਨਾ, ਹੱਠ ਨਾਮ ਹੈ ਹਿਰਦੇ ਦਾ, ਪਟਣ ਨਾਮ ਹੈ ਸ਼ਹਿਰ ਦਾ, ਬਾਜ਼ਾਰ ਦਾ। ਵੀ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜੋ ਆਤਮ ਦੇ ਨਾਲ ਜੁੜਨਾ ਹੈ ਨਾ, ਪ੍ਰਭੂ ਜੋਤੀ ਦੇ ਨਾਲ ਜੁੜਨਾ ਹੈ, ਇਹ ਵੀ ਭਿੱਖਿਆ ਆਪਣੀ ਹਿਰਦੇ ਰੂਪੀ ਸ਼ਹਿਰ ਵਿੱਚ ਵੀ ਵਿਚਰਨਾ ਕਰੇ, ਅੰਦਰ ਦੀ ਸੈਰ ਵੀ ਕਰੇ, ਸੁਰਤ ਨੂੰ ਅੰਦਰ ਖੜੇ ਤੇ ਆਪਣੇ ਅੰਦਰ ਦੇ ਨਾਲ ਨਾਮ ਦੀ ਭਿੱਖਿਆ ਵੀ ਪ੍ਰਾਪਤ ਕਰੇ। ਇਹ ਗੋਰਖਨਾਥ ਉਹ ਅਵਧੂਤ ਹੈ ਅਸਲ ਵਿੱਚ, ਉਹ ਫਿਰ ਸ਼ਿਵਪੁਰੀ ਉੱਤੇ ਚੜ ਜਾਂਦਾ। ਸ਼ਿਵ ਦੀ ਪੁਰੀ ਜਿਹੜੀ ਕੈਲਾਸ ਹੈ ਨਾ, ਉਹ ਕੈਲਾਸਪੁਰੀ ਦਾ ਵਾਸੀ ਬਣ ਜਾਂਦਾ। ਉਹ ਫਿਰ ਐਸਾ ਜਿਹੜਾ ਅਵਧੂਤ ਤਿਆਗੀ ਹੈ ਨਾ, ਸ਼ਿਵ ਨਾਮ ਹੈ ਦਸਮ ਦੁਆਰੇ ਦਾ, ਉਹ ਦਸਮ ਦੁਆਰੇ ਦੇ ਵਿੱਚ ਵਾਸਾ ਕਰਦਾ ਹੈ। ਤੇ ਸ਼ਿਵ ਨਾਮ ਹੈ ਕਲਿਆਣ ਸਰੂਪ ਪਰਮੇਸ਼ਰ ਦਾ, ਪਰਮੇਸ਼ਰ ਦੀ ਪੁਰੀ ਦੇ ਵਿੱਚ ਚੜ ਜਾਂਦਾ ਹੈ, ਪ੍ਰਭੂ ਦੀ ਪੁਰੀ ਵਿੱਚ ਉਹਦਾ ਵਾਸਾ ਹੁੰਦਾ ਹੈ ਜੋ ਐਸਾ ਤਿਆਗੀ ਸਾਧੂ ਹੈ। ਇਹ ਗੋਰਖਨਾਥ ਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਹਨ ਕਿ ਹੇ ਗੋਰਖਨਾਥ, ਉਹ ਪਰਮਾਤਮਾ ਜੋ ਸਤ ਹੈ, ਉਹਦਾ ਜੋ ਸਰੂਪ ਸਤ ਹੈ, ਉਹ ਪਰਮ ਸਿਧਾਂਤ ਸਰੂਪ ਜੋ ਪਰਮੇਸ਼ਰ ਹੈ ਨਾ, ਉਹਦੇ ਵਿੱਚ ਕੋਈ ਰੇਖਾ ਨਹੀਂ ਹੈ, ਕੋਈ ਉਹਦਾ ਰੂਪ ਮਇਕੀ ਨਹੀਂ ਹੈ, ਉਹ ਮਇਕੀ ਰੂਪ ਤੋਂ ਵੀ ਰਹਿਤ ਹੈ, ਰੇਖਾ ਤੋਂ ਵੀ ਰਹਿਤ ਹੈ। ਇਸੇ ਤਰ੍ਹਾਂ ਗੋਪੀ ਚੰਦ ਸਿੱਧ ਨੇ ਸਵਾਲ ਕੀਤਾ ਕਿ ਮਹਾਰਾਜ ਉਦਾਸੀ ਜੀ ਕੌਣ ਹੁੰਦਾ, ਉਪਰਾਮਤਾ ਵਾਲਾ, ਉਹਦੇ ਵੀ ਲੱਛਣ ਦੱਸੋ। ਤੇ ਸਤਿਗੁਰੂ ਜੀ ਉਦਾਸੀ ਦੇ ਲੱਛਣ ਦੱਸਦੇ ਹਨ। ਮਹਾਰਾਜ ਕਹਿੰਦੇ ਵੀ ਗੋਪੀ ਚੰਦ, ਉਦਾਸੀ ਉਹ ਹੈ ਜਿਹੜਾ ਉਦਾਸ ਨੂੰ ਪਾਲਦਾ ਹੈ, ਭਾਵ ਉਪਰਾਮ ਰਹਿੰਦਾ ਹੈ, ਸੰਸਾਰ ਦੇ ਪਦਾਰਥਾਂ ਨਾਲੋਂ ਮੋਹ ਤੋੜ ਕਰਕੇ ਜੋ ਆਪਣੇ ਅੰਦਰ ਆਪਣੀ ਸੁਰਤ ਨੂੰ ਪ੍ਰਭੂ ਨਾਮ ਦੇ ਨਾਲ ਜੋੜਦਾ ਹੈ। ਅਰਧ ਜੋ ਜੀਵ ਆਤਮਾ ਹੈ ਨਾ, ਉਰਧ ਜੋ ਉੱਚਾ ਪ੍ਰਮਾਤਮਾ ਹੈ, ਉਹਦੇ ਵਿੱਚ ਨਿਰੰਜਨ ਜੋ ਮਾਇਆ ਮੈਲ ਤੋਂ ਰਹਿਤ ਸੁੱਧ ਸਰੂਪ, ਉਹਦੇ ਵਿੱਚ ਜੋ ਵਾਸਾ ਕਰਦਾ, ਜੋ ਆਪਣੇ ਜੀਵ ਨੂੰ, ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ, ਨਿਰੰਜਨ ਦੇ ਨਾਲ ਜੋੜਦਾ ਹੈ, ਨਿਰੰਜਨ ਵਿੱਚ ਵਾਸਾ ਕਰਦਾ ਹੈ, ਉਹ ਉਦਾਸੀ ਹੈ। ਚੰਦ ਸੂਰਜ ਕੀ ਪਾਏ ਗੰਢ, ਤੇ ਚੰਦ ਸੂਰਜ ਦੀ ਜਿਹੜਾ ਗੰਢ ਸਾਂਝ ਪਾ ਦਿੰਦਾ ਹੈ। ਚੰਦ ਨਾਮ ਹੈ ਵੈਰਾਗ ਦਾ, ਤੇ ਸੂਰਜ ਨਾਮ ਹੈ ਵਿਵੇਕ ਦਾ, ਗਿਆਨ ਦਾ, ਜੋ ਵੈਰਾਗ ਤੇ ਗਿਆਨ ਦੀ ਮਿਲਾਉਣੀ ਮਿਲਾ ਦਿੰਦਾ ਹੈ, ਸਾਂਝ ਪਾ ਦਿੰਦਾ ਹੈ, ਉਹ ਉਦਾਸੀ ਹੈ। ਫਿਰ ਉਸ ਉਦਾਸੀ ਮਹਾਤਮਾ ਦਾ ਜੋ ਜੀਵ ਆਤਮਾ ਹੈ ਨਾ, ਉਹ ਕੰਧ ਸਰੀਰਾਂ ਦੇ ਵਿੱਚ ਨਹੀਂ ਦੁਬਾਰਾ ਪੈਂਦਾ ਹੈ, ਭਾਰ ਉਹਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ, ਉਹ ਸਰੀਰਾਂ ਵਿੱਚ ਨਹੀਂ ਫਿਰ ਜਾਂਦਾ ਹੈ। ਬੋਲਦੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਕਹਿੰਦੇ ਆ ਗੋਪੀ ਚੰਦ ਪਰਮਾਤਮਾ ਸਤ ਸਰੂਪ ਹੈ, ਜੋ ਵਾਹਿਗੁਰੂ ਦਾ ਸਰੂਪ ਹੈ, ਉਹ ਸਤ ਹੈ, ਸਦੀਵੀ ਹੈ, ਹੋਂਦ ਵਾਲਾ ਹੈ, ਉਹ ਪਰਮ ਸਿਧਾਂਤ ਸਰੂਪ ਹੈ, ਪਰਮ ਤਤ ਸਰੂਪ ਹੈ। ਉਸ ਵਾਹਿਗੁਰੂ ਦੇ ਵਿੱਚ ਉਹ ਨਿਰੰਕਾਰ ਹੈ,
ਉਹਦੇ ਵਿੱਚ ਕੋਈ ਆ ਮੈਕੀ ਰੇਖਾ ਨਹੀਂ ਹੈ, ਕੋਈ ਮੈਕੀ ਇਹ ਆਕਾਰ ਇਹ ਰੂਪ ਨਹੀਂ ਹੈ ਉਸ ਦੇ ਵਿੱਚ। ਮਹਲਾ ਪਹਿਲਾ। ਹਾਂਜੀ, ਸੋ ਪਾਖੰਡੀ ਜੀ ਕਾਇਆ ਪਖਲ। ਇਹ ਸਿੱਧਾਂ ਦੇ ਵਿੱਚ ਹੀ ਸਾਧ ਸੰਗਤ ਜੀ ਇੱਕ ਫਿਰਕਾ ਹੈ, ਉਹਨੂੰ ਪਖੰਡੀ ਨਾਮ ਦਿੱਤਾ ਹੈ। ਇਸੇ ਤਰ੍ਹਾਂ ਹੋਰ ਵੀ ਪਖੰਡੀ ਉਹਨਾਂ ਨੂੰ ਵੀ ਕਿਹਾ ਜਾਂਦਾ ਹੈ, ਪਾਖੰਡੀ ਜੋ ਵਾਮ ਮਾਰਗੀਏ ਹਨ। ਤਾਂ ਸਿੱਧਾਂ ਨੇ ਪੁੱਛਿਆ ਜੀ ਪਖੰਡੀ ਦੇ ਲੱਛਣ ਕਰੋ, ਤੇ ਸਤਿਗੁਰੂ ਜੀ ਦੱਸਦੇ ਹਨ, ਸੋ ਪਾਖੰਡੀ ਜੇ ਕਾਇਆ ਪਖਾਲੇ। ਮਹਾਰਾਜ ਕਹਿੰਦੇ ਅਸਲ ਵਿੱਚ ਪਖੰਡੀ ਉਹ ਹੈ ਜਿਹੜਾ ਕਾਇਆ ਨਾਮ ਸਰੀਰ ਦਾ ਵੀ ਹੁੰਦਾ ਤੇ ਕਾਇਆ ਨਾਮ ਬੁੱਧੀ ਦਾ, ਜੋ ਆਪਣੀ ਬੁੱਧੀ ਨੂੰ ਪਖਾਲੇ ਕਹੀਏ ਵੀ ਸਾਫ਼ ਕਰਨਾ ਕਰੇ। ਪਖਾਲੇ ਨਾਮ ਹੁੰਦਾ ਹੈ ਪਖਾਲਣ ਦਾ, ਧੋਣ ਦਾ, ਜੋ ਆਪਣੀ ਬੁੱਧੀ ਦੀ ਮੈਲ ਨੂੰ ਧੋਵੇ। ਕਾਇਆ ਕੀ ਅਗਨ ਬ੍ਰਹਮ ਬਣ ਜਾਵੇ। ਤੇ ਬ੍ਰਹਮ ਅਗਨੀ ਨੂੰ ਬ੍ਰਹਮ ਅਭਿਆਸ ਕਰਕੇ, ਪ੍ਰਭੂ ਦਾ ਸਿਮਰਨ ਭਜਨ ਕਰਕੇ, ਬ੍ਰਹਮ ਅਗਨੀ ਆਪਣੇ ਹਿਰਦੇ ਦੇ ਅੰਦਰ ਪੈਦਾ ਕਰਕੇ, ਤੇ ਇਹ ਕਾਇਆ ਕੀ ਜੋ ਦੇਹ ਦਾ ਇਤਿਹਾਸ ਹੈ ਨਾ, ਇਹ ਪਰ ਵਿਸ਼ੇਸ਼ ਕਰਕੇ ਜਾਲੇ ਸਾੜ ਦਵੇ, ਆਪਣੀ ਦੇਹ ਅਧਿਆਸ ਨੂੰ ਸਾੜੇ, ਹੰਗਤਾ ਨੂੰ ਸਾੜੇ। ਤਾਂ ਹੰਗਤਾ ਮਮਤਾ ਨੂੰ ਸਾੜੇ, ਮਾਰੇ ਕਹਿੰਦੇ ਉਹ ਪਾਖੰਡੀ ਹੈ। ਸੁਪਨਾ ਬਿੰਦ ਨ ਦੇਈ ਝਰਨਾ। ਮਾਰੇ ਕਹਿੰਦੇ ਫਿਰ ਸੁਪਨੇ ਦੇ ਵਿੱਚ ਵੀ ਕਦੀ ਆਪਣੇ ਬਿੰਦ ਨੂੰ ਉਹ ਝਰਨ ਨਾ ਦਵੇ, ਝੜਨ ਨਾ ਦਵੇ। ਆਪਣੇ ਬਿੰਦ ਨੂੰ ਸੁਪਨੇ ਦੇ ਵਿੱਚ ਵੀ ਖਾਰਜ ਨਾ ਹੋਣ ਦਵੇ। ਇਸ ਪਾਖੰਡੀ ਜਰਾ ਨ ਮਰਨਾ। ਫਿਰ ਮਹਾਰਾਜ ਕਹਿੰਦੇ ਐਸਾ ਜੋ ਪਾਖੰਡੀ ਹੈ ਨਾ ਉਹਨੂੰ ਜਰਾ ਬੁਢੇਪਾ ਆਵੇਗਾ ਤੇ ਨਾ ਮਰਨਾ ਮੌਤ ਆਵੇਗੀ। ਭਾਵ ਸਰੀਰਕ ਤੌਰ ਤੇ ਤਾਂ ਮਰਨਾ ਹੁੰਦਾ ਹੀ ਹੈ, ਪਰ ਉਹ ਆਤਮਿਕ ਜੀਵਨ ਪ੍ਰਾਪਤ ਕਰ ਲਵੇਗਾ, ਅਬਨਾਸੀ ਉਸ ਨੂੰ ਜੀਵਨ ਪ੍ਰਾਪਤ ਹੋ ਜਾਵੇਗਾ। ਬੋਲੇ ਚਰਪਟ ਸਤ ਸਰੂਪ। ਇਹ ਸਵਾਲ ਚਰਪਟਨਾਥ ਨੇ ਕੀਤਾ ਸੀ। ਮਹਾਰਾਜ ਸਾਹਿਬ ਜੀ ਬੋਲਦੇ ਆ ਕਿ ਹੇ ਚਰਪਟਨਾਥ, ਤੇਰੇ ਸਵਾਲ ਦਾ ਇਹ ਉੱਤਰ ਹੈ ਤੇ ਜੋ ਸਤ ਸਰੂਪ ਪਰਮੇਸ਼ਰ ਵਾਹਿਗੁਰੂ ਹੈ, ਪਰਮ ਤੰਤ ਮੈਂ ਦੇਖਨ ਰੂਪ। ਉਸ ਪਰਮ ਤਤ ਸਰੂਪ ਪਰਮੇਸ਼ਰ ਦੇ ਵਿੱਚ ਨਾ ਰੇਖਾ ਹੈ ਤੇ ਨਾ ਕੋਈ ਉਹਦਾ ਰੂਪ ਹੀ ਹੈ। ਉਹ ਸਾਰੇ ਰੂਪਾਂ ਤੋਂ ਰਹਿਤ ਹੈ, ਨਿਰਗੁਣ ਸਰੂਪ ਦੇ ਵਿੱਚ, ਤੇ ਸਰਗੁਣ ਰੂਪ ਦੇ ਵਿੱਚ ਉਹਦੇ ਸਾਰੇ ਹੀ ਰੂਪ ਹਨ। ਸਾਰੇ ਰੂਪਾਂ ਨੂੰ ਪੈਦਾ ਵੀ ਉਹ ਕਰਨ ਵਾਲਾ ਹੈ, ਸਾਰੇ ਰੇਖਾ ਭੇਖਾਂ ਨੂੰ ਪੈਦਾ ਵੀ ਉਹ ਕਰਨ ਵਾਲਾ ਹੈ, ਪੰਜਾਂ ਤੱਤਾਂ ਨੂੰ ਪੈਦਾ ਵੀ ਉਹ ਕਰਨ ਵਾਲਾ, ਪਰ ਆਪ ਉਹ ਪਰਮ ਤੰਤ ਸਰੂਪ ਪਰਮੇਸ਼ਰ ਹੈ, ਵੱਡੇ ਤਤ ਸਰੂਪ, ਸਿਧਾਂਤ ਸਰੂਪ, ਨਿਰਗੁਣ ਸਰੂਪ ਵਿੱਚ ਉਹਦੇ ਵਿੱਚ ਕੋਈ ਰੇਖਾ ਤੇ ਕੋਈ ਉਹਦਾ ਆਕਾਰ, ਕੋਈ ਰੂਪ ਨਹੀਂ ਹੈ। ਮਹਲਾ ਪਹਿਲਾ। ਇਸੇ ਤਰ੍ਹਾਂ ਫਿਰ ਸਿੱਧਾਂ ਨੇ ਆਖਿਆ ਜੀ ਬੈਰਾਗੀ ਦੇ ਲੱਛਣ ਕਰੋ। ਮਹਾਰਾਜ ਸਾਹਿਬ ਜੀ ਬੈਰਾਗੀ ਦੇ ਲੱਛਣ ਕਰਦੇ ਹਨ। ਗੁਰ ਬੈਰਾਗੀ ਜੇ ਉਠੈ ਬ੍ਰਹਮ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਹੇ ਸਿੱਧੋ, ਬੈਰਾਗੀ ਉਹ ਹੈ ਜਿਹੜਾ ਆਪਣੀ ਬਿਰਤੀ ਨੂੰ ਸੰਸਾਰ ਵੱਲੋਂ ਉਲਟੀ ਕਰਕੇ ਬ੍ਰਹਮ ਦੇ ਵਿੱਚ ਜੋੜੇ, ਪਰਮੇਸ਼ਰ ਵਿੱਚ ਜੋੜੇ। ਗਗਨ ਮੰਡਲ ਮੈਂ ਰੂਪੈ ਥੰਮ। ਆਪਣੇ ਸਵਾਸਾਂ ਨੂੰ ਗਗਨ ਮੰਡਲ ਦੇ ਵਿੱਚ ਰੋਪੈ, ਰੋਕਣਾ ਕਰੇ, ਥੰਮ ਸਥਿਤ ਕਰਨਾ ਕਰੇ ਦਸਮ ਦੁਆਰ ਦੇ ਵਿੱਚ। ਤੇ ਗਗਨ ਮੰਡਲ ਜੋ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਵਿੱਚ ਆਪਣੀ ਬਿਰਤੀ ਨੂੰ ਜੋੜੇ। ਐਨ ਸੈਮ ਪਰ ਰਹਿ ਧਿਆਨ। ਦਿਨੇ ਰਾਤ ਵਾਹਿਗੁਰੂ ਜੀ ਦੇ ਧਿਆਨ ਦੇ ਵਿੱਚ ਰਹਿਣਾ ਕਰੇ। ਏ ਬੈਰਾਗੀ ਸੰਤ ਸਮਾਰ। ਉਹ ਬੈਰਾਗੀ ਹੈ ਸੰਸਾਰ ਦੇ ਰਾਗ ਤੋਂ ਉੱਪਰ, ਸੰਸਾਰ ਦੇ ਮੋਹ ਤੋਂ ਉੱਪਰ। ਐਸਾ ਜਿਹੜਾ ਬੈਰਾਗੀ ਹੈ ਨਾ, ਉਹ ਸਤ ਸਮਾਨ, ਉਹ ਸਤ ਸਰੂਪ ਪਰਮੇਸ਼ਰ ਦੇ ਹੀ ਸਮਾਨ ਬਰਾਬਰ ਹੋ ਜਾਂਦਾ ਹੈ। ਬੋਲੇ ਭਰਤ ਸਤ ਸਰੂਪ। ਇਹ ਭਰਤਰੀ ਨੇ ਸਵਾਲ ਕੀਤਾ ਸੀ, ਭਰਤਰੀਨਾਥ ਜੋਗੀ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਕਿ ਹੇ ਭਰਤਰੀਨਾਥ, ਇਹ ਤੇਰੇ ਸਵਾਲ ਦਾ ਉੱਤਰ ਹੈ। ਉਹ ਪਰਮੇਸ਼ਰ ਸਤ ਸਰੂਪ ਹੈ, ਸਦੀਵੀ ਰਹਿਣ ਵਾਲਾ ਹੈ। ਪਰਮ ਤੰਤ ਮੈਂ ਦੇਖਨ ਰੂਪ। ਉਹ ਪਰਮ ਤੰਤ ਜੋ ਪਰਮ ਸਿਧਾਂਤ ਸਰੂਪ ਪਰਮੇਸ਼ਰ ਹੈ, ਉਹਦੇ ਵਿੱਚ ਨਾ ਕੋਈ ਰੇਖਾ ਹੈ, ਨਾ ਕੋਈ ਉਹਦਾ ਰੂਪ ਆਕਾਰ ਹੀ ਹੈ। ਮਹਲਾ ਪਹਿਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬ ਨਵਾਜ ਹੋਰ ਕਿਰਪਾ ਕਰਦੇ ਹਨ। ਕਿਉ ਮਰੈ ਬੰਦਾ ਕਿਉ ਜੀਵੈ ਜੁਗਤ। ਇਹ ਸਿੱਧਾਂ ਨੇ ਸਵਾਲ ਕੀਤੇ, ਉਹਨਾਂ ਸਵਾਲਾਂ ਦਾ ਵੀ ਆਪ ਹੀ ਇੱਥੇ ਜ਼ਿਕਰ ਕਰ ਰਹੇ। ਸਿੱਧ ਕਹਿੰਦੇ ਆ ਕਿ ਕਿਉਂ ਮਰੈ ਮੰਦਾ, ਜਿਹੜੇ ਮੰਦੇ ਖਿਆਲ ਵਾ, ਮੰਦੀ ਵਿਚਾਰ ਵਾ, ਇਹ ਕਿਵੇਂ ਮਹਾਰਾਜ ਮਰੇ, ਕਿਵੇਂ ਖਤਮ ਹੋਵੇ ਤੇ ਕਿਵੇਂ ਜੀਵਨ ਦੀ ਜੁਗਤੀ ਪ੍ਰਾਪਤ ਹੋਵੇ। ਕੰਨ ਫੜਾਏ ਗਿਆ ਖਾਜੈ ਸੁਤ। ਤੇ ਕੰਨ ਪੜਾ ਕਰਕੇ ਮਹਾਰਾਜ ਕਿਹੜਾ ਭੁਗਤ ਚੂਰਮਾ ਖਾਣਾ ਚਾਹੀਦਾ, ਕਿਹੜੀ ਖੁਰਾਕ ਖਾਣੀ ਚਾਹੀਦੀ ਹੈ, ਕਿਹੜੇ ਮਹਾਰਾਜ ਭੁਗਤ, ਕਿਉਂਕਿ ਜੋਗੀ ਭੁਗਤ ਚੂਰਮਾ ਇਹ ਖਾਂਦੇ ਉਹਨੂੰ ਭੁਗਤ ਕਹਿ ਦਿੰਦੇ ਹਨ। ਤੇ ਮਹਾਰਾਜ ਕੰਨ ਪੜਾ ਕਰਕੇ ਤੇ ਇਹ ਮੁੰਦਰਾਂ ਅਸੀਂ ਪਾਉਂਦੇ ਆ,
ਕਿਆ ਖਾਜੈ ਭੁਗਤ, ਤੇ ਕਿਹੜੀ ਭੁਗਤ ਅਸਲ ਵਿੱਚ ਕਿਹੜੀ ਭੁਗਤ, ਕਿਹੜਾ ਚੂਰਮਾ ਖਾਣਾ ਚਾਹੀਦਾ ਹੈ। ਤੇ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਜੋ ਸਾਰੇ ਪਾਸੇ ਆਇਆ ਹੋਇਆ ਨਾ ਪਰਮੇਸ਼ਰ ਸਤ ਸਰੂਪ, ਉਹਦੇ ਵਿੱਚ ਜੋ ਆਸਤਕ ਬਿਰਤੀ ਬਣਾਉਣੀ ਹੈ ਨਾ, ਜੋ ਉਹਦੇ ਵਿੱਚ ਸ਼ਰਧਾ ਭਾਵਨਾ ਰੱਖਣੀ ਹੈ, ਆਸਾ ਰੱਖਣੀ ਹੈ, ਤੇ ਬਾਕੀ ਜਿਹੜਾ ਨਾਸ ਰੂਪ ਹੈ ਸੰਸਾਰ ਹੈ, ਨਾਮ ਰੂਪ ਜਿਹੜਾ ਪ੍ਰਪੰਚ ਹੈ, ਇਹਨੂੰ ਨਾਸਵੰਤ ਨਿਸ਼ਚੇ ਕਰਨਾ ਹੈ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਵੀ ਇਹ ਵਿਚਾਰ ਧਾਰਨ ਕਰੇ, ਫਿਰ ਮੰਦਾ ਸੁਭਾਅ ਜਿਹੜਾ ਉਹ ਮਰਦਾ ਹੈ, ਫਿਰ ਜੀਵਨ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਹਾਂਜੀ, ਆਸਤ ਜਿਹੜਾ ਸਾਰੇ ਥਾਵਾਂ ਤੇ ਆਇਆ ਹੋਇਆ ਸਤ ਸਰੂਪ ਪਰਮੇਸ਼ਰ ਵਿਆਪਕ ਹੈ, ਉਹਦੇ ਇੱਕ ਨਾਮ ਦੇ ਨਾਲ ਜੁੜਨਾ, ਤੇ ਨਾਸਤ ਜਿਹੜਾ ਨਾਸਵਾਨ ਹੈ, ਇਹ ਸੰਸਾਰ ਨਾਮ ਰੂਪ ਪ੍ਰਪੰਚ ਹੈ, ਇਹਨੂੰ ਨਾਸਵਾਨ ਨਿਸ਼ਚੇ ਕਰਨਾ ਹੈ। ਸਿੱਧਾ ਨੇ ਹੋਰ ਸਵਾਲ ਕੀਤਾ ਜੀ, ਉਹ ਕਿਹੜਾ ਅੱਖਰ ਕਿਹੜਾ ਉਪਦੇਸ਼ ਹੈ ਜਿਸ ਨਾਲ ਜੁੜ ਕਰਕੇ ਤੇ ਹਿਆਓ ਹਿਰਦਾ ਰਹਿ ਸਕਦਾ ਹੈ, ਹਿਰਦਾ ਟਿਕ ਸਕਦਾ ਹੈ। ਮਹਾਰਾਜ ਕਹਿੰਦੇ ਧੁੱਪ ਤੇ ਛਾਂ ਨੂੰ ਬਰਾਬਰ ਕਰਕੇ ਸਹਾਰਨਾ ਕਰੇ। ਭਾਵ ਹੈ ਵੀ ਲਾਭਾਨੀ ਉਸਤਤੀ ਨਿੰਦਾ, ਧੁੱਪ ਸ਼ਾਮ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ, ਖੁਸ਼ੀ ਗਮੀ, ਉਸਤਤੀ ਨਿੰਦਾ, ਲਾਭ ਹਾਨੀ, ਵਾਧਾ ਘਾਟਾ, ਜੰਮਣਾ ਮਰਨਾ, ਤੋ ਇਹ ਜਿੰਨਾ ਕੁਝ ਹੈ ਦਵੰਦਵਾਦ, ਇਹ ਧੁੱਪ ਛਾਂ ਨੂੰ ਸਮ ਬਰਾਬਰ ਕਰਕੇ ਸਹਾਰਨ ਕਰੇ। ਤਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਆਖਦੇ ਆ ਵੀ ਗੁਰੂ ਸਾਹਿਬ ਜੀ ਦਾ ਕਹਿਆ ਹੋਇਆ ਉਪਦੇਸ਼ ਆਖਣਾ ਕਰੇ, ਉਹਦਾ ਉਚਾਰਨ ਕਰੇ, ਤੇ ਫਿਰ ਜੀਵਨ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਇਹੀ ਅਸਲ ਵਿੱਚ ਭੋਜਨ ਹੈ, ਇਹੀ ਅਸਲ ਵਿੱਚ ਖੁਰਾਕ ਹੈ, ਇਹੀ ਚੂਰਮਾ ਛਕਣਾ ਕਰੇ। ਜਿਹੜੇ 6 ਭੇਖ ਵਾ ਨਾ, ਇਹਨਾਂ 6 ਵਰਤਾਰਿਆਂ ਦੇ ਵਿੱਚ ਵਰਤਣਾ ਕਰੇ ਪੂਤ ਪਵਿੱਤਰ ਹੋ ਕਰਕੇ, ਪਵਿੱਤਰ ਜੀਵਨ ਰੱਖ ਕਰਕੇ 6 ਭੇਖਾਂ ਵਿੱਚ। ਜੋਗੀਆਂ ਦੇ 6 ਭੇਖ ਆ, ਮਹਾਰਾਜ ਕਹਿੰਦੇ ਜਿਹੜੇ ਮਰਜ਼ੀ ਭੇਖ ਵਿੱਚ ਵਰਤੋ, ਪਰ ਪਵਿੱਤਰ ਜੀਵਨ ਲੈ ਕੇ ਵਰਤੋ। ਤੇ 6 ਵਰਤਾਰੇ ਵੀ ਆਖਿਆ ਵੀ 5 ਗਿਆਨ ਇੰਦਰੀਏ ਤੇ 6ਵਾਂ ਮਨ, ਇਹਨਾਂ ਨੂੰ ਪਵਿੱਤਰ ਰੱਖੇ। ਅੱਖਾਂ ਨੂੰ ਪਵਿੱਤਰ ਰੱਖੇ, ਕੰਨਾਂ ਨੂੰ ਪਵਿੱਤਰ ਰੱਖੇ, ਰਸਨਾ ਨੂੰ ਪਵਿੱਤਰ ਰੱਖੇ, ਇਹ ਗਿਆਨ ਇੰਦਰੀਆਂ ਨੂੰ ਤੇ ਫਿਰ ਮਨ ਨੂੰ ਪਵਿੱਤਰ ਰੱਖੇ। 6 ਵਰਤਾਰਿਆਂ ਵਿੱਚ ਪੂਤ ਕਹੀਏ ਪਵਿੱਤਰ ਹੋ ਕਰਕੇ ਵਰਤੇ। ਭਾਵੇਂ ਸੰਸਾਰ ਵਿੱਚ ਗ੍ਰਸਤ ਵਿੱਚ ਰਹਿੰਦਾ ਹੋਵੇ, ਤੇ ਭਾਵੇਂ ਗ੍ਰਸਤ ਦਾ ਤਿਆਗ ਕਰਕੇ ਅਵਧੂਤ ਬਣਿਆ ਤਿਆਗੀ ਹੋਵੇ, ਪਰ ਨਾ ਸੰਸਾਰੀ ਪੁਣੇ ਦਾ ਹੀ ਅਭਿਮਾਨ ਕਰੇ ਤੇ ਨਾ ਅਵਧੂਤ ਤਿਆਗੀ ਪੁਣੇ ਦਾ ਹੀ ਅਭਿਮਾਨ ਕਰੇ। ਜੇ ਗ੍ਰਸਤੀ ਹੈ ਤੇ ਗ੍ਰਸਤ ਪੁਣੇ ਦਾ ਅਹੰਕਾਰ ਨਾ ਕਰੇ, ਤੇ ਜੇ ਤਿਆਗੀ ਹੈ ਸਾਧੂ ਅਵਧੂਤ ਹੈ ਤੇ ਸਾਧੂ ਪੁਣੇ ਦਾ ਅਭਿਮਾਨ ਨਾ ਕਰੇ। ਨਾ ਸੰਸਾਰੀ ਬਣੇ ਨਾ ਅਵਧੂਤ ਬਣੇ, ਕੁਝ ਬਣੇ ਹੀ ਨਾ, ਪਵਿੱਤਰ ਆਪਣਾ ਜੀਵਨ ਬਤੀਤ ਕਰੇ। ਮਹਾਰਾਜ ਕਹਿੰਦੇ ਐਸੇ ਜੀਵ ਜੋ ਨਿਰੰਕਾਰ ਦੇ ਵਿੱਚ ਸਮਾਏ ਰਹਿੰਦੇ ਹਨ, ਅਭੇਦ ਹੋਏ ਰਹਿੰਦੇ ਹਨ ਪ੍ਰਭੂ ਨਾਲ ਜੁੜ ਕੇ, ਜਿਹੜੇ ਅੰਦਰੋਂ ਨਿਰੰਕਾਰ ਦੇ ਨਾਲ ਲੀਨ ਹੋ ਗਏ, ਉਹ ਫਿਰ ਬਾਹਰੋਂ ਫਿਰ ਪਦਾਰਥਾਂ ਦੀ ਭਿੱਖਿਆ ਮੰਗਣ ਵਾਸਤੇ ਕਿਉਂ ਜਾਵੇਗਾ? ਉਹ ਬਾਹਰੋਂ ਨਹੀਂ ਭਿੱਖਿਆ ਮੰਗਣ ਵਾਸਤੇ ਜਾਂਦਾ, ਉਹਨੂੰ ਅੰਦਰੋਂ ਅਮੋਲਕ ਖਜ਼ਾਨਾ ਮਿਲ ਗਿਆ। ਹਾਂਜੀ, ਇਹ ਪੌੜੀ ਤੀਜੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਮਹਾਰਾਜ ਕਹਿੰਦੇ ਹਰੀ ਦਾ ਮੰਦਰ ਉਹੀ ਆਖਣਾ ਕਰੀਏ ਜਿੱਥੋਂ ਹਰੀ ਪਰਮੇਸ਼ਰ ਜਾਣਿਆ ਜਾਂਦਾ ਹੈ। ਭਾਵ ਸਤ ਸੰਗਤ ਹੀ ਹਰੀ ਦੇ ਰਹਿਣ ਵਾਲਾ ਮੰਦਰ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਤੇ ਹਰੀ ਦਾ ਮੰਦਰ, ਹਰੀ ਦਾ ਘਰ ਕੀ ਹੈ? ਸਰੀਰ ਵੀ ਇੱਕ ਹਰੀ ਦਾ ਮੰਦਰ ਹੀ ਹੈ, ਜਿਸ ਸਰੀਰ ਦੇ ਵਿੱਚ ਗੁਰੂ ਕੇ ਸ਼ਬਦ ਦੁਆਰਾ ਹਰੀ ਜਾਣਿਆ ਜਾਂਦਾ ਹੈ। ਜਿਨ੍ਹਾਂ ਨੇ ਭਾਈ ਮਨੁੱਖਾ ਦੇਹ ਦੇ ਵਿੱਚ ਗੁਰੂ ਕੇ ਬਚਨਾਂ ਦੀ ਕਮਾਈ ਕਰਕੇ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨੇ ਸਾਰੇ ਪਾਸੇ ਆਤਮ ਰਾਮ ਪਰਮੇਸ਼ਰ ਨੂੰ, ਸਰਬ ਵਿਆਪਕ ਨੂੰ ਪਛਾਣ ਲਿਆ ਹੈ ਕਿ ਉਹ ਰਾਮ ਹੀ ਆਤਮਾ ਰੂਪ ਹੋ ਕਰਕੇ ਵਿਆਪਕ ਹੋ ਰਿਹਾ ਹੈ। ਉਹਨਾਂ ਦਾ ਮਾਨਸ ਦੇ ਇਹ ਮਨੁੱਖਾ ਸਰੀਰ ਸਫਲਾ ਹੋ ਗਿਆ। ਬਾਹਰ ਭਾਈ ਘਰੋਂ ਨਿਕਲ ਕੇ ਬਾਹਰ ਜੰਗਲਾਂ ਵਿੱਚ ਜਾ ਕੇ, ਪਹਾੜਾਂ ਵਿੱਚ ਜਾ ਕੇ ਨਾ ਖੋਜ ਕਰਦੇ ਫਿਰੀਏ। ਉਹ ਪਰਮੇਸ਼ਰ ਦਾ ਹਿਰਦੇ ਰੂਪੀ ਘਰ ਵਿੱਚ ਹੀ ਹੈ, ਵਿਧਾਤਾ ਕਰਮਾਂ ਬਰਾਬਰ ਫਲ ਦੇਣ ਵਾਲਾ। ਮਨਮੁਖ ਜੀਵ ਹਰੀ ਦੇ ਮੰਦਰ ਦੀ ਸਾਰ ਨਹੀਂ ਜਾਣਦਾ, ਜੋ ਸਤ ਸੰਗਤ ਰੂਪੀ ਹਰੀ ਦਾ ਮੰਦਰ ਹੈ। ਇਸੇ ਤਰ੍ਹਾਂ ਹਰ ਮੰਦਰ ਗੁਰੂ ਦਾ ਸ਼ਬਦ ਹੈ, ਹਰ ਮੰਦਰ ਇਹ ਸਰੀਰ ਹੈ,
ਇਸ ਸਰੀਰ ਦੀ ਸਾਰ ਨਹੀਂ ਜਾਣਦਾ ਇਹ ਮਨਮੁਖ ਜੀਵ। ਤਿਨੇ ਜਨਮ ਗਵਾਤਾ ਉਹਨਾਂ ਜੀਵਾਂ ਨੇ ਮਨਮੁਖਾਂ ਨੇ ਆਪਣੇ ਮਨੁੱਖਾਂ ਜਨਮ ਨੂੰ ਅਜਾਈਂ ਗਵਾ ਦਿੱਤਾ ਹੈ। ਸਭ ਮੈਂ ਇੱਕ ਵਰਤਦਾ ਸਾਰੇ ਸੰਸਾਰ ਵਿੱਚ ਸਾਰੇ ਜੀਵਾਂ ਵਿੱਚ ਇੱਕ ਪ੍ਰਭੂ ਵਰਤ ਰਿਹਾ ਹੈ। ਗੁਰ ਸ਼ਬਦ ਪਾਇਆ ਜਾਏ ਪਰ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਕੇ ਸ਼ਬਦ ਨਾਲ ਜੁੜਿਆ, ਗੁਰੂ ਕੇ ਉਪਦੇਸ਼ ਨੂੰ ਕਮਾਇਆ ਉਹ ਵਾਹਿਗੁਰੂ ਪਾਇਆ ਜਾਂਦਾ ਹੈ। ਵਾਹ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਇਸ ਗੁਰੂ ਕੇ ਸ਼ਬਦ ਨਾਲ ਜੁੜ ਕੇ ਪ੍ਰਭੂ ਨੂੰ ਪਾਇਆ ਹੈ ਉਹ ਫਿਰ ਕਹਿੰਦੇ ਅਚਰਜ ਹੈ ਤੂੰ ਸੱਚੇ ਪਾਤਸ਼ਾਹ, ਧੰਨ ਹੈ ਸੱਚੇ ਪਾਤਸ਼ਾਹ। ਤੂੰ ਸੱਚੇ ਨਾਈ ਤੂੰ ਸੱਚੀ ਮਹਿਮਾ ਵਾਲਾ ਹੈ, ਤੂੰ ਸੱਚੀ ਸੋਭਾ ਵਾਲਾ ਹੈ, ਤੂੰ ਸੱਚੇ ਪਾਤਸ਼ਾਹ ਆਪ ਵੀ ਸੱਚਾ ਹੈ ਤੇ ਤੇਰੀ ਨਾਈ ਕਹੀਏ ਮਹਿਮਾ ਵੀ, ਤੇਰੀ ਸੋਭਾ ਵੀ ਸੱਚੀ ਹੈ। ਇਹ 12ਵੀਂ ਪੌੜੀ ਸਾਧ ਸੰਗਤ ਜੀ, ਇਹਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਵਧੇਕ ਸ਼ਲੋਕ ਆਏ ਹਨ, ਇਸ ਕਰਕੇ ਕੁਝ 5-7 ਮਿੰਟ ਉੱਪਰ ਵੀ ਲੱਗੇ ਹਨ। ਤੋ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ 12ਵੀਂ ਪੌੜੀ ਸ਼ਲੋਕਾਂ ਦੇ ਸਹਿਤ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਸਭ ਮੈਂ ਵਰਤਦਾ ਗੁਰ ਸ਼ਬਦ ਪਾਇਆ ਜਾਏ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੇ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।